ਕੈਨੇਡਾ ਦੇ ਵਿੱਚ ਲੱਖਾਂ ਪੰਜਾਬੀ ਨੌਜਵਾਨ ਇਸ ਵਕਤ ਪੜ੍ਹ ਰਹੇ ਨੇ। ਪੰਜਾਬ ਤੋਂ ਜਾਣ ਦਾ ਇੱਕ ਮੁੱਖ ਵੱਡਾ ਕਾਰਨ ਵੀ ਰਹਿੰਦਾ ਹੈ ਜੋ ਕਿ ਇੱਥੇ ਜੌਬ ਫੈਸਿਲਿਟੀ ਨਹੀਂ ਮਿਲਦੀ, ਭਵਿੱਖ ਉਹਨਾਂ ਨੂੰ ਇੱਥੇ ਆਪਣਾ ਨਹੀਂ ਵਿਖਦਾ, ਜਿਸ ਕਰਕੇ ਆਪਣਾ ਸੁਨਹਿਰਾ ਭਵਿੱਖ ਬਣਾਉਣ ਲਈ ਪੰਜਾਬੀ ਨੌਜਵਾਨ ਬਾਹਰ ਵੱਲ ਨੂੰ ਜਾਂਦੇ ਨੇ। ਸਭ ਤੋਂ ਪਹਿਲਾਂ ਉਹਨੂੰ ਇਨਫਲੂਐਂਸਿੰਗ ਕਿੱਥੋਂ ਹੁੰਦੀ ਹੈ? ਕੋਈ ਉਹਦਾ ਰਿਲੇਟਿਵ ਹੁੰਦਾ ਹੈ ਜਾਂ ਕੋਈ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਇੱਥੇ ਆ ਜਾਓ, ਮੈਂ ਕੰਮ ਦਿਲਾ ਦਾਂਗਾ, ਤਾਂ ਉਸ ਤਰੀਕੇ ਨਾਲ ਉਹ ਕਾਲਜ ਲੱਭਦਾ ਹੈ। ਲੇਕਿਨ ਹਰ ਬੱਚੇ ਦਾ ਪ੍ਰੋਫਾਈਲ ਡਿਫਰੈਂਟ ਹੈ। ਤਾਂ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ, ਜੇਕਰ ਤੁਸੀਂ ਆਪ ਵਿਦਿਆਰਥੀ ਹੋ, ਬਾਹਰ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਇਮੀਗ੍ਰੇਸ਼ਨ ਏਜੰਟ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਪੇਰੈਂਟਸ ਦੇ ਨਾਲ ਚੱਲੋ, ਪੇਰੈਂਟਸ ਦੇ ਬਜਟ ਨੂੰ ਦੇਖੋ, ਉਹਨਾਂ ਦੀ ਜੇਬ ਨੂੰ ਦੇਖੋ ਕਿ ਪੇਰੈਂਟਸ ਐਫਰਟ ਕਰ ਸਕਦੇ, ਕਿਉਂਕਿ ਤੁਹਾਡੇ ਨਾਲ ਉਹਨਾਂ ਦੇ ਸੁਪਨੇ ਵੀ ਜੁੜੇ ਹੋਏ ਹੈ। ਜਿਸ ਤਰ੍ਹਾਂ ਹੁਣ ਬਹੁਤ ਚਰਚਾਵਾਂ ਨੇ, ਆਸਟ੍ਰੇਲੀਆ ਨੇ ਯੂਨੀਵਰਸਿਟੀਜ਼ ਦੇ ਵਿੱਚ ਬੈਨ ਕਰਤੇ ਹੈ ਪੰਜਾਬੀ ਸਟੂਡੈਂਟਸ, ਤੇ ਇਹ ਕਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਇੱਕ ਛੋਟੀ ਜਿਹੀ ਗਲਤੀ ਜੋ ਏਜੰਟਸ ਕਰ ਰਹੇ ਹੈ ਉਹ ਕਿੰਨੇ ਨੌਜਵਾਨਾਂ ਦੇ ਭਵਿੱਖ ਤੇ ਭਾਰੀ ਪੈ ਰਹੀ ਹੈ। ਹੁਣ ਮੰਨ ਲਓ ਫੰਡਸ ਨਹੀਂ ਹੈਗੇ, ਕਿਸੇ ਕੋ 30 ਲੱਖ ਰੁਪਈਆ ਨਹੀਂ ਹੈ 3 ਮਹੀਨੇ ਪੁਰਾਣਾ, ਉਹ ਕੀ ਕਰੇਗਾ? ਮੈਨੀਪੂਲੇਟ ਕਰੇਗਾ। ਤੇ ਇਹ ਮੈਨੀਪੂਲੇਟ ਦੇ ਚੱਕਰ ਦੇ ਵਿੱਚ ਕੀ ਹੁੰਦਾ, ਕਈ ਵਾਰ ਇੱਦਾਂ ਦੇ ਫਰਾਡ ਡਾਕੂਮੈਂਟ ਲੱਗ ਗਏ, ਮਤਲਬ ਤੁਸੀਂ ਜੇ ਮੈਨੀਪੂਲੇਟ ਕਰਦੇ ਵੀ ਪਏ ਤਾਂ ਰੀਅਲ ਫੰਡ ਤਾਂ ਹੋਣੇ ਚਾਹੀਦੇ, ਰੀਅਲ ਫੰਡ ਹੀ ਨਹੀਂ ਲੱਗੇ, ਪੇਪਰ ਹੀ ਨਹੀਂ ਲੱਗੇ, ਤਾਂ ਕੀ ਹੋਏਗਾ? ਐਲੀਗੇਸ਼ਨ। ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਲਗਾਤਾਰ ਜਿਸ ਤਰ੍ਹਾਂ ਇੰਟਰੋਡਕਸ਼ਨ ਵਿੱਚ ਵੀ ਗੱਲ ਹੋਈ ਕਿ ਰੋਜ਼ ਹੀ ਤੁਹਾਡੇ ਕੋਲ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਉਂਦੇ ਹੋਣਗੇ ਹਰ ਮਹੀਨੇ ਜੋ ਬਾਹਰ ਜਾਣਾ ਚਾਹੁੰਦੇ ਨੇ, ਤੇ ਰੋਜ਼ ਹੀ ਕੋਈ ਨਾ ਕੋਈ ਬੱਚਾ ਆ ਰਿਹਾ ਜਿਹਨੇ ਕੈਨੇਡਾ ਜਾਣਾ ਹੈ। ਆਪਸ਼ਨਸ ਸਾਨੂੰ ਲੈਣੇ ਪੈਣੇ। ਅਗਰ ਬੱਚਾ ਕਹੇਗਾ ਕਿ ਨਹੀਂ ਮੇਰੇ ਘਰ ਆ ਕੇ ਕੋਈ ਕੰਮ ਦੇ ਕੇ ਜਾਵੇ, ਮੈਨੂੰ ਸੈਲਰੀ ਵੀ ਘਰ ਆ ਕੇ ਦੇ ਕੇ ਜਾਵੇ, ਤਾਂ ਕੋਈ ਇੱਦਾਂ ਕੰਮ ਨਹੀਂ ਦਿੰਦਾ ਜੀ। ਮੈਂ ਇੱਥੇ ਰਹਿਣਾ, ਹਾਂ ਨਹੀਂ, ਤਾਂ ਕਿਤੇ ਨਾ ਕਿਤੇ ਸਟਰਗਲ ਤਾਂ ਰਹੇਗਾ ਹੀ, ਤੁਹਾਨੂੰ ਮੂਵਮੈਂਟ ਤਾਂ ਕਰਨੀ ਪੈਣੀ ਹੈ। ਦੇਖੋ 5 ਸਾਲ ਤਾਂ ਮਿਹਨਤ ਹੈਗੀ ਹੈ। ਜਿਹੜਾ ਵੀ ਬੱਚਾ ਇੱਥੋਂ ਬਾਹਰ ਮੂਵ ਕਰਦਾ ਉਹ ਪਹਿਲਾਂ ਸੋਚ ਕੇ ਜਾਵੇ ਕਿ ਮੈਂ 5 ਸਾਲ ਆਰਮੀ 'ਚ ਚੱਲਾਂ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਪੰਜਾਬੀ ਨੌਜਵਾਨ ਬਾਹਰ ਜਾਣ ਦੇ ਇੱਛੁਕ ਨੇ। ਜੋ ਫਿਗਰਸ ਸਾਹਮਣੇ ਆਉਂਦੇ ਨੇ, ਹਰ ਸਾਲ ਲਗਭਗ 3 ਤੋਂ 4 ਲੱਖ ਵਿਦਿਆਰਥੀ ਹੈ ਉਹ ਬਾਹਰ ਜਾਂਦੇ, ਔਰ ਸਭ ਤੋਂ ਵੱਧ ਜੋ ਮੋਸਟ ਪ੍ਰੈਫਰਡ ਕੰਟਰੀ ਆਪਾਂ ਕਹਿ ਲਈਏ ਉਹ ਕੈਨੇਡਾ ਹੈ। ਕੈਨੇਡਾ ਦੇ ਵਿੱਚ ਲੱਖਾਂ ਪੰਜਾਬੀ ਨੌਜਵਾਨ ਇਸ ਵਕਤ ਪੜ੍ਹ ਰਹੇ ਨੇ। ਪੰਜਾਬ ਤੋਂ ਜਾਣ ਦਾ ਇੱਕ ਮੁੱਖ ਵੱਡਾ ਕਾਰਨ ਵੀ ਰਹਿੰਦਾ ਹੈ ਜੋ ਕਿ ਇੱਥੇ ਜੌਬ ਫੈਸਿਲਿਟੀ ਨਹੀਂ ਮਿਲਦੀ, ਭਵਿੱਖ ਉਹਨਾਂ ਨੂੰ ਇੱਥੇ ਆਪਣਾ ਨਹੀਂ ਵਿਖਦਾ, ਜਿਸ ਕਰਕੇ ਆਪਣਾ ਸੁਨਹਿਰਾ ਭਵਿੱਖ ਬਣਾਉਣ ਲਈ ਪੰਜਾਬੀ ਨੌਜਵਾਨ ਬਾਹਰ ਵੱਲ ਨੂੰ ਜਾਂਦੇ ਨੇ। ਪਰ ਇਸ ਵਿਚਕਾਰ ਮਾਪਿਆਂ ਦੀ ਟੈਨਸ਼ਨ ਉਸ ਵਕਤ ਵੱਧ ਜਾਂਦੀ ਹੈ ਜਦੋਂ ਪੈਸਾ ਵੀ ਲਗਾ ਦਿੱਤਾ ਜਾਂਦਾ ਹੈ। ਜਮ੍ਹਾਂ ਪੂੰਜੀ ਮਾਪੇ ਬੱਚੇ ਦੀ ਪੜ੍ਹਾਈ 'ਤੇ ਖਰਚ ਕਰ ਦਿੰਦੇ ਨੇ, ਬਾਹਰ ਭੇਜਣ ਲਈ ਖਰਚ ਕਰ ਦਿੰਦੇ ਨੇ, ਪਰ ਉਸ ਤੋਂ ਬਾਅਦ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾਂਦਾ, ਸਹੀ ਕਾਲਜਸ ਦੇ ਵਿੱਚ ਨਹੀਂ ਭੇਜਿਆ ਜਾਂਦਾ, ਪੈਸਾ ਸਹੀ ਜਗ੍ਹਾ ਨਹੀਂ ਲਗਾਇਆ ਜਾਂਦਾ, ਜੌਬਸ ਨਹੀਂ ਮਿਲਦੀਆਂ, ਜਾ ਕੇ ਵਾਧੂ ਪੈਸਾ ਲਗਾਇਆ ਜਾਂਦਾ, ਔਰ ਕਈ ਵਾਰ ਇਹ ਸਥਿਤੀ ਵੀ ਪਹੁੰਚ ਜਾਂਦੀ ਹੈ ਤੇ ਰਿਪੋਰਟ ਤੱਕ ਵਿਦਿਆਰਥੀਆਂ ਨੂੰ ਕੀਤਾ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਇਮੀਗ੍ਰੇਸ਼ਨ ਕੰਪਨੀਜ਼ ਦੇ ਵਿੱਚ ਕਾਫੀ ਫਰਾਡ ਵੱਧ ਰਹੇ ਨੇ। ਤਾਂ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ, ਜੇਕਰ ਤੁਸੀਂ ਆਪ ਵਿਦਿਆਰਥੀ ਹੋ, ਬਾਹਰ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਇਮੀਗ੍ਰੇਸ਼ਨ ਏਜੰਟ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ। ਤਾਂ ਅੱਜ ਤੁਹਾਡੇ ਤੱਕ ਇੱਕ ਜੈਨੂਇਨ ਇਮੀਗ੍ਰੇਸ਼ਨ ਕੰਸਲਟੈਂਟ ਲੈ ਕੇ ਆ ਰਹੀ ਹਾਂ, DSR ਇਮੀਗ੍ਰੇਸ਼ਨ ਤੋਂ ਰਵਿੰਦਰ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਕੈਨੇਡਾ ਜਾਣ ਵਾਲੇ ਜੋ ਇੱਛੁਕ ਨੇ ਉਹਨਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ, ਤਾਂ ਇਹ ਇੰਟਰਵਿਊ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ। ਸੋ ਸਵਾਗਤ ਕਰਦੇ ਹਾਂ ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਾਂ ਸਭ ਤੋਂ ਪਹਿਲਾ ਸਵਾਲ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਮਾਪੇ ਜਮ੍ਹਾਂ ਪੂੰਜੀ ਲਗਾ ਦਿੰਦੇ ਅੱਜ ਕੱਲ੍ਹ ਕੈਨੇਡਾ ਭੇਜਣ ਲਈ, 20-25 ਲੱਖ ਲੱਗ ਜਾਂਦਾ ਹੈ, ਬਹੁਤ ਵੱਡੀ ਰਕਮ ਇੱਕ ਮੀਡੀਅਮ ਫੈਮਿਲੀ ਲਈ। ਫਰਾਡ ਵੀ ਇੰਨਾ ਹੋ ਜਾਂਦਾ, ਤਾਂ ਕਿਸ ਤਰ੍ਹਾਂ ਬਚਾਅ ਹੋ ਸਕਦਾ ਹੈ, ਕਿਸ ਤਰ੍ਹਾਂ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕਦੀ ਹੈ? ਦੇਖੋ ਬੱਚੇ ਨੂੰ ਐਕਚੁਅਲੀ ਟੋਟਲ ਕਾਸਟ ਅਗਰ ਆਪਾਂ ਕੈਲਕੂਲੇਟ ਕਰਦੇ ਹਾਂ, ਅੱਜ ਇੱਕ ਸਾਰਿਆਂ ਨੂੰ ਲੱਗਦਾ ਹੈ ਕਿ 16 ਲੱਖ 17 ਲੱਖ ਰੁਪਈਆ ਇਨੀਸ਼ੀਅਲੀ ਲੱਗ ਜਾਂਦਾ ਹੈ, ਔਰ ਹੋ ਸਕਦਾ ਹੈ ਕਿ ਬੱਚੇ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਹੈ ਕਿ ਮੈਂ ਅੱਗੇ ਜਾ ਕੇ ਕੀ ਕਰਨਾ, ਅਗਲੀ ਜਿਹੜੀ ਪੜ੍ਹਾਈ ਦਾ ਖਰਚਾ ਹੈ ਉਹ ਸਾਲ ਦਾ ਮੈਂ ਉੱਥੋਂ ਕਮਾ ਕੇ ਕੱਢ ਲਾਂਗਾ। ਠੀਕ ਹੈ, ਇਸ ਪ੍ਰੋਸਪੈਕਟ ਦੇ ਨਾਲ ਉਹ ਇੱਥੋਂ ਮੂਵ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨੂੰ ਇਨਫਲੂਐਂਸਿੰਗ ਕਿੱਥੋਂ ਹੁੰਦੀ ਹੈ? ਕੋਈ ਉਹਦਾ ਰਿਲੇਟਿਵ ਹੁੰਦਾ ਹੈ ਜਾਂ ਕੋਈ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਇੱਥੇ ਆ ਜਾਓ, ਮੈਂ ਕੰਮ ਦਿਲਾ ਦਾਂਗਾ, ਤਾਂ ਉਸ ਤਰੀਕੇ ਨਾਲ ਉਹ ਕਾਲਜ ਲੱਭਦਾ ਹੈ। ਲੇਕਿਨ ਹਰ ਬੱਚੇ ਦਾ ਪ੍ਰੋਫਾਈਲ ਡਿਫਰੈਂਟ ਹੈ। ਕਿਸੇ ਬੱਚੇ ਨੂੰ ਸਾਇੰਸ ਪੜ੍ਹਨਾ ਹੈ, ਕਿਸੇ ਨੇ ਟੈਕਨੋਲੋਜੀ ਪੜ੍ਹਨੀ ਹੈ, ਕਿਸੇ ਨੇ ਮੈਡੀਕਲ ਸਾਇੰਸ ਪੜ੍ਹਨੀ ਹੈ, ਕਿਸੇ ਨੇ ਇੰਜੀਨੀਅਰਿੰਗ ਪੜ੍ਹਨੀ ਹੈ। ਅਲੱਗ ਬੱਚਿਆਂ ਦੀ ਰਿਕੁਆਇਰਮੈਂਟ ਅਲੱਗ ਹੈ, ਔਰ ਉਸ ਤਰੀਕੇ ਨਾਲ ਉਸ ਬੱਚੇ ਨੂੰ ਆਪਣੇ ਕੋਰਸ ਦਾ ਚੁਣਾਵ ਕਰਨਾ ਚਾਹੀਦਾ ਹੈ। ਮਤਲਬ ਜਦੋਂ ਵੀ ਉਹ ਕਾਲਜ ਲੱਭਦਾ ਹੈ ਤਾਂ ਪਹਿਲਾਂ ਤਾਂ ਕਾਲਜ ਦਾ ਰੈਂਕਿੰਗ ਕੀ ਹੈ, ਕਾਲਜ ਦੇ ਵਿੱਚ ਕਾਸਟਿੰਗ ਕੀ ਹੈ, ਕਾਸਟਿੰਗ ਜਿਹੜੀ ਹੈ ਉਹ ਮੇਰੇ ਘਰ ਦੇ ਪੂਰੇ ਕਰ ਸਕਦੇ ਕਿ ਨਹੀਂ ਕਰ ਸਕਦੇ। ਕਈ ਵਾਰ ਬੱਚਾ ਕਹਿੰਦਾ ਮੈਂ ਓਵਰ ਡਿਮਾਂਡਡ ਹੈ ਕਿ ਮੈਂ ਇੱਥੇ ਲੈਣਾ ਜੀ, ਐਡਮਿਸ਼ਨ ਲੈਣਾ, ਠੀਕ ਹੈ, ਔਰ ਉੱਥੇ ਉਹਦੀ ਐਡਮਿਸ਼ਨ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਨਹੀਂ ਕਰਦੀ ਪਈ, ਉਹ ਪੇਰੈਂਟਸ ਨੂੰ ਕਿਤੇ ਨਾ ਕਿਤੇ ਜ਼ੋਰ ਪਾਉਂਦਾ ਕਿ ਮੈਂ ਇੱਥੇ ਹੀ ਪੜ੍ਹਨਾ ਹੈ, ਔਰ ਉਹਦੀ ਫੀਸ ਹੈਗੀ $22,000 1 ਸਾਲ ਦੀ, ਤਾਂ ਬੱਚਾ ਐਫਰਟ ਨਹੀਂ ਕਰ ਪਾਉਂਦਾ। ਔਰ
ਕੱਲ੍ਹ ਨੂੰ ਜਾ ਕੇ ਉਹ ਕੀ ਕਰਦਾ ਹੈ, ਕੁਛ ਇੱਦਾਂ ਦੇ ਏਰੀਏ ਨੂੰ, ਸਪੈਸੀਫਿਕ ਏਰੀਏ ਨੂੰ ਸਿਲੈਕਟ ਕਰਦਾ ਹੈ ਜਿੱਥੇ ਲਾਈਕ ਵੈਂਕੂਵਰ ਹੋ ਗਿਆ, ਟੋਰੰਟੋ ਹੋ ਗਿਆ, ਕਰਾਊਡ ਜ਼ਿਆਦਾ ਹੈ, ਠੀਕ ਹੈ। ਜਦੋਂ ਕੰਮ ਨਹੀਂ ਲੱਭਦਾ ਹੈ ਤਾਂ ਉਹ ਕਹਿੰਦਾ ਜੀ ਇੱਥੇ ਕੰਮ ਨਹੀਂ ਹੈ ਜੀ। ਕੈਨੇਡਾ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ ਕੰਮ ਨਹੀਂ ਇਹ ਗੱਲ ਵੀ ਬੜੀ ਅੱਜ ਕੱਲ ਚਰਚਾ ਦੇ ਵਿੱਚ ਹੈ, ਚਲਦੀ ਪਈ ਹੈ ਕਿ ਅੱਜ ਕੱਲ ਕੈਨੇਡਾ, ਹਾਂ ਅੱਜ ਕੱਲ ਬੱਚੇ ਨੂੰ ਕੈਨੇਡਾ ਨਹੀਂ ਜਾਣਾ ਚਾਹੀਦਾ ਕਿਉਂਕਿ ਕੰਮ ਨਹੀਂ ਮਿਲਦਾ ਪਿਆ, ਜੌਬ ਨਹੀਂ ਮਿਲਦਾ। ਸੱਚਾਈ ਹੈ ਇਹਦੇ 'ਚ। ਦੇਖੋ ਇਹਦੇ ਵਿੱਚ ਕੀ ਹੈ, ਜਦੋਂ ਆਪਾਂ ਇੱਕ ਜਗ੍ਹਾ ਗਰੁੱਪਿਜ਼ਮ ਹੋ ਕੇ ਰਵਾਂਗੇ, ਠੀਕ ਹੈ, ਤਾਂ ਕਿੰਨੇ ਬੰਦਿਆਂ ਨੂੰ ਜੌਬ ਮਿਲੇਗੀ? ਕਿਉਂਕਿ ਆਪਾਂ ਨੂੰ ਹੋਰ ਵੀ ਏਰੀਆਜ਼ ਹੈਗੇ, ਅਲਬਰਟਾ ਦੇ ਵਿੱਚ ਜਾਓ, ਅਲਬਰਟਾ ਦੇ ਵਿੱਚ ਬਹੁਤ ਸਾਰੀਆਂ ਜੌਬਸ ਹੈਗੀਆਂ, ਠੀਕ ਹੈ। ਹੋਰ ਉਹਦੇ ਆਲੇ ਦੁਆਲੇ ਬਹੁਤ ਸਾਰੀਆਂ, ਸਰੀ ਦੇ ਆਲੇ ਦੁਆਲੇ ਬਹੁਤ ਸਾਰੀਆਂ, ਲੰਡਨ ਹੈਗਾ, ਲੰਡਨ ਦੇ ਕੋਲ ਜਾ ਸਕਦੇ ਹਾਂ, ਠੀਕ ਹੈ। ਆਪਾਂ ਪਰਟੀਕੂਲਰ ਬਰੈਂਪਟਨ ਨਹੀਂ ਜਾਣਾ, ਪਰਟੀਕੂਲਰ ਜਦੋਂ ਆਪਾਂ ਇੱਕ ਜਗ੍ਹਾ ਪੇਟ ਚਾਲ ਹੋ ਜਾਂਦੇ, ਇਕੱਠੇ ਹੋ ਜਾਂਦੇ, ਤਾਂ ਪ੍ਰੋਸਪੈਕਟਸ ਘੱਟ ਜਾਂਦਾ ਹੈ, ਕਿਤੇ ਨਾ ਕਿਤੇ ਫਿਊਚਰ ਪ੍ਰੋਸਪੈਕਟਸ ਨਹੀਂ ਰਹਿੰਦਾ, ਕਿੰਨੀ ਜੌਬਸ ਮਿਲ ਜਾਣਗੀਆਂ। ਲੇਕਿਨ ਹਲੇ ਵੀ ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ 37% ਤੋਂ ਜ਼ਿਆਦਾ ਨਹੀਂ ਹਲੇ ਫਿਲ ਹੋਇਆ। ਨੋ ਮੈਨ ਲੈਂਡ ਬਹੁਤ ਜ਼ਿਆਦਾ ਹੈ, ਠੀਕ ਹੈ। ਅੰਡਰ ਡਿਵੈਲਪਡ ਏਰੀਆ ਹੈ, ਠੀਕ ਹੈ। ਕਈ ਅੰਡਰ ਡਿਵੈਲਪਡ ਏਰੀਆ ਨੂੰ ਗਵਰਨਮੈਂਟ ਪ੍ਰਮੋਟ ਕਰਨਾ ਚਾਹੁੰਦੀ ਹੈ, ਤਾਂ ਬੱਚਾ ਉਹ ਇਨੀਸ਼ੀਏਟਿਵ ਵੀ ਲੈ ਸਕਦਾ ਹੈ। ਮੈਂ 2018 ਦੇ ਵਿੱਚ ਇੱਕ ਬੱਚਾ ਭੇਜਿਆ ਸੀ ਵਿਦਆਊਟ ਆਇਲਸ ਕੈਨੇਡਾ, ਔਰ ਅੱਜ ਉਹ ਬੱਚਾ ਦੇਖੋ ਵਿਦਆਊਟ ਆਇਲ ਜਾਣ ਤੋਂ ਬਾਅਦ ਬੱਚੇ ਦੇ ਵਾਸਤੇ ਕੀ ਭਵਿੱਖ ਹੋਏਗਾ ਨਾ, ਕਿਉਂਕਿ ਉਹਦੀ ਸਪੀਕਿੰਗ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਹੋਏਗੀ ਕਿਤੇ ਨਾ ਕਿਤੇ। ਅੱਜ ਉਹ ਪ੍ਰਿੰਸ ਐਡਵਰਡ ਦੇ ਵਿੱਚ ਜਾ ਕੇ ਪੱਕਾ ਹੋ ਗਿਆ। ਸੋ ਕਹਿੰਦਾ ਮਤਲਬ ਆਪਸ਼ਨਸ ਸਾਨੂੰ ਲੈਣੇ ਪੈਣੇ। ਅਗਰ ਬੱਚਾ ਕਹੇਗਾ ਕਿ ਨਹੀਂ ਮੇਰੇ ਘਰ ਆ ਕੇ ਕੋਈ ਕੰਮ ਦੇ ਕੇ ਜਾਵੇ, ਮੈਨੂੰ ਸੈਲਰੀ ਵੀ ਘਰ ਆ ਕੇ ਦੇ ਕੇ ਜਾਵੇ, ਤਾਂ ਕੋਈ ਮੇਰੇ ਰਿਸ਼ਤੇਦਾਰ ਇੱਥੇ ਰਹਿਣੇ, ਮੈਂ ਤਾਂ ਇੱਥੇ ਰਹਿਣਾ, ਆਪਾਂ ਸਟਿਕ ਨਹੀਂ ਹੋ ਸਕਦੇ। ਨਹੀਂ, ਤਾਂ ਕਿਤੇ ਨਾ ਕਿਤੇ ਸਟਰਗਲ ਤਾਂ ਰਹੇਗਾ ਹੀ, ਤੁਹਾਨੂੰ ਮੂਵਮੈਂਟ ਤਾਂ ਕਰਨੀ ਪੈਣੀ ਹੈ। ਦੇਖੋ 5 ਸਾਲ ਤਾਂ ਮਿਹਨਤ ਹੈਗੀ ਹੈ। ਜਿਹੜਾ ਵੀ ਬੱਚਾ ਇੱਥੋਂ ਬਾਹਰ ਮੂਵ ਕਰਦਾ ਉਹ ਪਹਿਲਾਂ ਸੋਚ ਕੇ ਜਾਵੇ ਕਿ ਮੈਂ 5 ਸਾਲ ਆਰਮੀ 'ਚ ਚੱਲਾਂ ਹੈ, ਆਰਮੀ ਟ੍ਰੇਨਿੰਗ ਹੈ, ਮੈਨੂੰ ਉੱਥੇ ਹੋ ਸਕਦਾ ਹੈ ਕਿ ਦਿਨ ਰਾਤ ਕੰਮ ਵੀ ਕਰਨਾ ਪਵੇ ਔਰ ਆਪਣੇ ਸੰਘਰਸ਼ ਵੱਡਾ ਹੋਣਾ ਪਵੇ, ਕਿਉਂਕਿ ਸਾਰੇ ਲੋਕ ਇੰਨੇ ਅਮੀਰ ਨਹੀਂ ਹੈ ਕਿ ਕਈ ਵਾਰ ਮਾਂ-ਬਾਪ ਆਪਣੀ ਸ਼ੌਕ ਨੂੰ, ਬੱਚੇ ਦੇ ਸ਼ੌਕ ਨੂੰ ਪੈਸੇ ਇਕੱਠੇ ਕਰਕੇ ਵੀ ਭੇਜਦੇ ਆ। ਮਤਲਬ ਕਮਾਈ ਜਿਹੜੀ ਹੈ ਬਹੁਤ ਕਹਿ ਸਕਦੇ ਆ ਕਿ ਮਿਹਨਤ ਦੀ ਕਮਾਈ ਹੈ ਨਾ, ਔਰ ਬੱਚਾ 1 ਮਿੰਟ ਦੇ ਵਿੱਚ ਉਹ ਖਰਾਬ ਕਰ ਸਕਦਾ ਹੈ। ਕਿੱਦਾਂ? ਜਦੋਂ ਆਪਾਂ ਕਿਸੇ ਨੂੰ ਫਾਈਲ ਫੜਾਉਂਦੇ ਹਾਂ, ਅਸੀਂ ਕਦੀ ਇਹ ਵੀ ਨਹੀਂ ਦੇਖਦੇ ਕਿ ਉਹ ਕਾਲਜ ਕਿਹੜਾ ਹੈਗਾ, ਕਿਹੜੇ ਕਾਲਜ ਦੇ ਵਿੱਚ ਕੀ ਹੋਇਆ, ਕੋਰਸ ਕੀ ਹੈਗਾ। ਕਦੀ ਬੱਚਾ ਇਹ ਨਹੀਂ ਪੁੱਛਦਾ ਕਿ ਮੇਰੇ ਇਸ ਕੋਰਸ ਕਰਨ ਤੋਂ ਬਾਅਦ ਅੱਗੇ ਮੈਨੂੰ ਕੀ ਪ੍ਰੋਸਪੈਕਟਸ ਹੈ ਫਿਊਚਰ 'ਚ, ਔਰ ਉਹ ਅਪਲਾਈ ਕਰ ਦਿੰਦਾ। ਸਿਰਫ ਇੰਨਾ ਕਹਿ ਦਿੱਤੇ ਕਿ ਏਜੰਟ ਨੇ ਕਹਿ ਦਿੱਤਾ ਕਿ ਤੇਰਾ ਵੀਜ਼ਾ ਲੈ ਕੇ ਦੇਣਾ, ਆਪਾਂ ਵੀਜ਼ਾ ਲੈ ਦਾਂਗੇ, ਕਾਲਜ ਪੁੱਛਣ ਦੀ ਲੋੜ। ਅੱਖਾਂ ਤੇ ਪੱਟੀ ਬਣ ਕੇ ਵਿਸ਼ਵਾਸ ਕਰਨਾ, ਬਿਲਕੁਲ। ਤਾਂ ਹਾਂ, ਉਹ ਚੀਜ਼ਾਂ ਕਿਤੇ ਨਾ ਕਿਤੇ, ਔਰ ਸਭ ਤੋਂ ਪਹਿਲਾਂ ਲੁਕਰੇਟਿਵਸ ਜਿਹੜੀਆਂ ਆਫਰਸ ਹੈਗੀਆਂ ਕਿ ਤੁਸੀਂ ਇੱਦਾਂ ਆਫਟਰ ਵੀਜ਼ਾ ਆ ਕਰ ਲਿਓ, ਆਫਟਰ ਵੀਜ਼ਾ ਆ ਕਰ ਲਿਓ, ਹਿਊਜ ਅਮਾਊਂਟ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਠੀਕ ਹੈ। ਉਸ ਚੀਜ਼ ਨੂੰ ਬੱਚਾ ਖੁਦ ਵੈਲਕਮ ਕਰਦਾ ਹੈ, ਖੁਦ ਜਾਣਦਾ ਹੈ ਕਿ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ, ਕਿਉਂਕਿ ਉਹਨੂੰ ਕੌਨਫੀਡੈਂਸ ਨਹੀਂ ਹੁੰਦਾ ਕਿ ਮੇਰੇ ਪ੍ਰੋਫਾਈਲ ਦੇ ਵਿੱਚ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਉਹਨੂੰ ਕੌਨਫੀਡੈਂਸ ਨਹੀਂ ਹੁੰਦਾ। ਹਾਲਾਂਕਿ ਉਹਨੂੰ ਆਪਣਾ ਇੱਕ R&D ਕਰਨੀ ਚਾਹੀਦੀ ਕਿ ਕੋਈ ਵੀ ਕਾਲਜ ਹੈ ਉਹਦੇ ਵਿੱਚ ਰਿਕੁਆਇਰਮੈਂਟ ਕੀ ਹੈ, ਐਲੀਜੀਬਿਲਿਟੀ ਕ੍ਰਾਈਟੇਰੀਆ ਮੈਚ ਹੋ ਰਿਹਾ ਕਿ ਨਹੀਂ ਉਹਨਾਂ ਦੇ। ਹਾਂ, ਉਹਨੂੰ ਆਪ ਨੂੰ ਵੀ R&D ਕਰਨੀ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਆਪਾਂ ਹਰ ਟਾਈਮ ਕਿਸੇ ਦੇ ਉੱਤੇ ਬਲੇਮ ਲਾਈਏ ਕਿ ਉਹਨੇ ਸਾਡੇ ਨਾਲ ਗਲਤ ਕੀਤਾ। ਕਈ ਵਾਰ ਉਹਦਾ ਵੀ ਬਲੇਮ ਲਾਇਆ ਜਾਂਦਾ ਹੈ। ਕਈ ਵਾਰ ਬੱਚਾ ਕਹਿੰਦਾ ਕਿ ਮੈਂ ਤਾਂ ਆਹ ਕਾਲਜ ਮੰਗਿਆ ਸੀ ਜੀ, ਆਹ ਕਾਲਜ ਦੇ ਦਿੱਤਾ ਜੀ, ਲੇਕਿਨ ਵੀਜ਼ਾ ਆਉਣ ਤੋਂ ਪਹਿਲਾਂ ਤੁਸੀਂ ਆਪ ਤਾਂ ਸਾਈਨ ਕਰਕੇ ਗਏ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਣੇ ਆਪ ਨੂੰ ਹੀ ਨਹੀਂ ਪਤਾ ਹੋਏਗਾ ਤਾਂ ਫਿਰ ਤੁਹਾਡੇ ਨਾਲ ਫਰਾਡ ਤਾਂ ਹੋਣਾ ਹੀ ਹੋਣਾ ਹੈ। ਹਾਂ, ਉਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਤੁਹਾਨੂੰ। ਹੁਣ ਕਈ ਵਾਰ ਲੋਕ ਇਹ ਵੀ ਕਹਿੰਦੇ ਜੀ ਅੰਬੈਸੀ ਫੀਸ ਖਾ ਗਏ ਜੀ। ਅੰਬੈਸੀ ਫੀਸ ਕਿੱਦਾਂ ਖਾ ਗਏ ਜੀ? ਤੁਸੀਂ ਜਦੋਂ ਫਾਈਲ ਲਾਣੀ ਆ, ਤੁਸੀਂ ਜਦੋਂ ਕੈਨੇਡਾ ਅਪਲਾਈ ਕਰਨਾ, ਤਾਂ ਅੰਬੈਸੀ ਫੀਸ ਤਾਂ ਤੁਹਾਨੂੰ ਦੇਣੀ ਪੈਣੀ। ਤੁਹਾਡਾ ਲਾਸ ਉਹ ਨਾਨ ਰਿਫੰਡੇਬਲ ਅਮਾਊਂਟ ਹੈ, ਉਹਨੂੰ ਆਪਾਂ ਫਰਾਡ ਦਾ ਰੂਪ ਨਹੀਂ ਦੇ ਸਕਦੇ। ਤਾਂ ਕਈ ਵਾਰ ਫਰਾਡ ਬੜਾ ਡਿਫਰੈਂਟ ਤਰੀਕੇ ਦਾ ਹੈ। ਉਹਨੇ ਇਹ ਜ਼ਿਕਰ ਕੀਤਾ ਕਿ 2018 ਦੇ ਵਿੱਚ ਤੁਸੀਂ ਬਿਨਾਂ ਆਇਲਸ ਦੇ ਕਿਸੇ ਨੂੰ ਬਾਹਰ ਭੇਜਿਆ ਸੀ, ਜੋ PR ਲੈ ਚੁੱਕੇ। ਫਿਰ ਚਰਚਾਵਾਂ ਨੇ ਕਿ ਆਇਲਸ ਤੋਂ ਬਿਨਾਂ ਤੁਸੀਂ ਕੈਨੇਡਾ ਜਾ ਸਕਦੇ ਹੋ। ਦੇਖੋ ਅੱਜ ਕੱਲ੍ਹ ਅਸੀਂ ਉਹਨੂੰ ਪ੍ਰਮੋਟ ਨਹੀਂ ਕਰਦੇ ਪਏ, ਇਸ ਕਰਕੇ ਨਹੀਂ ਪ੍ਰਮੋਟ ਕਰਦੇ ਪਏ, ਕਿਤੇ ਨਾ ਕਿਤੇ ਗੌਰਮੈਂਟ ਕੀ ਕਰਦੀ ਹੈ, ਪ੍ਰੀਵੀਅਸ ਹਿਸਟਰੀ ਤੋਂ ਨਵੇਂ ਰੂਲਸ ਬਣਾਉਂਦੀ ਹੈ। ਪਹਿਲਾਂ ਜੋ ਸਟੂਡੈਂਟਸ ਗਏ ਸੀਗੇ ਉਹਨਾਂ ਨੇ ਕੀ ਉੱਥੇ ਕੀਤਾ, ਉਹਦੇ ਨਾਲ ਇੱਕ ਦੁਬਾਰਾ ਰੈਗੂਲੇਸ਼ਨ ਬਣਦੀ ਹੈ, ਰੈਗੂਲੇਟਰੀ ਬਾਡੀ ਉਹਨੂੰ ਰਿਵਿਊ ਕਰਕੇ ਬਣਾਉਂਦੀ ਕਿ ਵਿਦਆਊਟ ਆਇਲਸ ਸਾਨੂੰ ਵੀਜ਼ਾ ਦੇਣਾ ਚਾਹੀਦਾ, ਨਹੀਂ ਦੇਣਾ ਚਾਹੀਦਾ, ਠੀਕ ਹੈ। ਵਿਦਆਊਟ ਆਇਲਸ ਹਲੇ ਵੀ ਅਪਲਾਈ ਕਰ ਸਕਦਾ, ਲੇਕਿਨ ਮੈਂ ਪ੍ਰੈਫਰ ਨਹੀਂ ਕਰਦਾ। ਇਸ ਕਰਕੇ ਨਹੀਂ ਕਰਦਾ, ਕਿਤੇ ਨਾ ਕਿਤੇ ਲਾਸ ਹੈ। ਅਗਰ ਵੀਜ਼ਾ ਨਹੀਂ ਆਉਂਦਾ ਤਾਂ ਉਹਦਾ ਲਾਸ ਵੀ ਬੱਚੇ ਨੂੰ ਕਿਤੇ ਨਾ ਕਿਤੇ ਭਰਨਾ ਪੈ ਸਕਦਾ, ਕਿਉਂਕਿ ਦੇਖੋ ਕਿਤੇ ਨਾ ਕਿਤੇ $1000 ਖਰਚਾ ਆ ਹੀ ਜਾਂਦਾ, ਕਿਉਂਕਿ ਤੁਹਾਨੂੰ ਇਨੀਸ਼ੀਏਟਿਵ ਫੀਸ ਵੀ ਜਮ੍ਹਾਂ ਕਰਾਉਣੀ ਪੈਂਦੀ ਹੈ, ਠੀਕ ਹੈ। $500 ਉਹਨਾਂ ਨੂੰ ਟੋਕਨ ਵੀ ਦੇਣਾ ਪੈਂਦਾ, ਕਈ ਚੀਜ਼ਾਂ ਹੈਗੀਆਂ, ਠੀਕ ਹੈ। ਤਾਂ ਉਹ ਚੀਜ਼ਾਂ ਮੈਂ ਨਹੀਂ ਕਰਨਾ ਚਾਹੁੰਦਾ ਕਿ ਬੱਚਾ ਕਿਤੇ ਲਾਸ 'ਚ ਆਵੇ। ਜੇ ਬੱਚਾ ਮੰਨ ਲਓ ਡਿਪਲੋਮੇ 'ਚ ਜਾ ਸਕਦਾ ਜਾਂ ਡਿਗਰੀ 'ਚ ਜਾ ਸਕਦਾ, ਉਹਦਾ ਕੋਰਸ ਅਗਰ ਸੂਟੇਬਲ ਹੈਗਾ, ਤਾਂ ਆਪਾਂ ਉਹਨੂੰ ਸੁਜੈਸਟ ਕਰਦੇ ਹਾਂ ਕਿ ਤੁਸੀਂ ਸੂਟੇਬਲ ਜਿਹੜਾ ਰਸਤਾ ਹੈ ਉਹਦੇ 'ਤੇ ਜਾਓ, ਨਾ ਕਿ ਤੁਸੀਂ ਇੱਧਰ ਉੱਧਰ ਘੁੰਮਣ ਦੀ ਲੋੜ ਹੈ। ਬਹੁਤ ਵੱਧ ਰਿਹਾ ਹੈ। ਰਿਫਿਊਜ਼ਲਸ ਵਧਣ ਦਾ ਮੁੱਖ ਕਾਰਨ ਕੀ ਹੈ?
ਦੇਖੋ ਰਿਫਿਊਜ਼ਲਸ ਦੇ ਵਿੱਚ ਬੜੇ ਕਲੌਜ਼ਸ ਹੈਗੇ, ਠੀਕ ਹੈ। ਆਪਾਂ ਇੱਕ ਅਗਰ ਰਿਫਿਊਜੀ ਐਕਟ ਨੂੰ ਲੈ ਕੇ ਚੱਲਦੇ ਹਾਂ, ਮਤਲਬ ਇੱਕ ਬੰਦਾ ਜਦੋਂ ਬਾਰਡਰ ਕ੍ਰਾਸ ਕਰਦਾ ਹੈ, ਉਹਦੀ ਇੱਕ ਬਾਰਡਰ ਲਿਮਿਟੇਸ਼ਨਸ ਹੈ। ਬਾਰਡਰ ਲਿਮਿਟੇਸ਼ਨ ਦਾ ਮਤਲਬ ਹੈ ਕਿ ਇਹ ਬੱਚੇ ਦੇ ਪੈਰਾਮੀਟਰ ਪੂਰੇ ਹੋ ਰਹੇ ਕਿ ਨਹੀਂ ਹੋ ਰਹੇ। ਸਭ ਤੋਂ ਪਹਿਲਾਂ ਪੜ੍ਹਾਈ, ਉਸ ਤੋਂ ਬਾਅਦ ਉਹ ਜਿਹੜਾ ਕੋਰਸ ਲੈ ਕੇ ਚੱਲਾ ਹੈ ਉਹ ਇੰਡੀਆ 'ਚ ਪੜ੍ਹ ਸਕਦਾ ਸੀ, ਉੱਥੇ ਬਾਹਰ ਕਿਉਂ ਪੜ੍ਹਨਾ ਚਾਹੁੰਦਾ ਹੈ, ਇਹ ਕੁਐਸਚਨ ਵੀ ਆ ਗਿਆ। ਸੈਕੰਡ ਚੀਜ਼ ਇਹ ਆ ਗਈ ਕਿ ਬੱਚਾ ਕੋਰਸ ਲੈਣ ਤੋਂ ਬਾਅਦ ਅਗਲਾ ਪ੍ਰੋਸਪੈਕਟਸ ਕੀ ਹੈ, ਫਿਊਚਰ ਕੀ ਹੈ ਉਹਦਾ, ਠੀਕ ਹੈ। ਔਰ ਉਸ ਤੋਂ ਬਾਅਦ ਕਿੰਨਾ ਖਰਚਾ ਕਰੇਗਾ, ਕੌਣ ਕਰੇਗਾ, ਠੀਕ ਹੈ। ਔਰ ਜਿਹੜਾ ਕੋਰਸ ਲਿੱਤਾ ਹੈ ਉਹਨੇ ਕਿੱਦਾਂ ਲਿੱਤਾ, ਮਤਲਬ ਸਬਜੈਕਟਸ ਦੇ ਨਾਲ ਮੈਚ ਕੀਤਾ ਜਾਂ ਉੱਦਾਂ ਹੀ ਲਿੱਤਾ। ਕਿਉਂਕਿ ਕਈ ਵਾਰ ਆਪਾਂ ਨੂੰ ਕੋਰਿਲੇਟ ਵੀ ਕਰਨਾ, ਕਈ ਵਾਰ ਬੱਚੇ ਨੇ ਇੱਥੇ ਕੁਝ ਵੀ ਸਟਰੀਮ 'ਚ ਰੱਖਿਆ ਨਹੀਂ ਹੁੰਦਾ, ਲਾਈਕ ਜਿੱਦਾਂ ਆਰਟਸ ਦਾ ਸਟੂਡੈਂਟ ਹੈ, ਉਹਨੇ ਕੁਝ ਸਬਜੈਕਟ ਨਹੀਂ ਰੱਖੇ ਹੁੰਦੇ, ਤਾਂ ਉਹਦੇ ਨਾਲ ਕੋਰਿਲੇਟ ਕਰਨ ਵਾਸਤੇ ਕਈ ਵਾਰ ਕੋਈ ਐਡੀਸ਼ਨਲ ਡਿਪਲੋਮਾ ਜਾਂ ਕੁਝ ਬੱਚੇ ਨੂੰ ਕਰਨਾ ਪੈਂਦਾ ਹੈ, ਔਰ ਉਹ ਬੱਚਾ ਉਹਦੇ ਨਾਲ ਕੋਰਸ ਲੈਂਦਾ ਹੈ। तो इस करके रेलेवेंसी मैच करनी बहुत। और ये एजेंट कर दे, बच्चे ਨੂੰ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਕਿੱਥੇ ਕਿੱਥੇ ਜਾ ਸਕਦਾ ਔਰ ਕਿਵੇਂ ਕਿਵੇਂ ਕੀ ਕਰ ਸਕਦਾ। ਦੇਖੋ ਬੱਚੇ ਨੂੰ ਕਈ ਵਾਰ ਹੁੰਦਾ, ਬੱਚਾ ਰॉ ਹੁੰਦਾ ਜਦੋਂ ਪੜ੍ਹ ਕੇ ਨਿਕਲਦਾ, ਤਾਂ ਕਈ ਵਾਰ ਉਹ ਸੁਣੀ ਸੁਣਾਈਆਂ ਗੱਲਾਂ ਹੁੰਦੀਆਂ ਕਿ ਮੇਰਾ ਬੱਚਾ ਇੱਥੇ ਗਿਆ ਸੀਗਾ ਜੀ, ਇੱਦਾਂ ਗਿਆ ਸੀ, ਉੱਦਾਂ ਗਿਆ ਸੀਗਾ, ਠੀਕ ਹੈ। ਲੇਕਿਨ ਜਿਹੜਾ ਪੇਰੈਂਟਸ ਹੈ ਉਹਨੂੰ ਵੀ ਇੰਨੀ ਨੌਲੇਜ ਨਹੀਂ ਹੁੰਦੀ ਕਈ ਵਾਰ ਕਿ ਕੋਰਸਿਸ ਕਿੱਥੇ, ਕਿਉਂਕਿ ਅਸੀਂ ਰੈਗੂਲਰ ਕੰਮ ਕਰਦੇ ਹਾਂ, 15 ਸਾਲ ਹੋ ਗਏ ਸਾਨੂੰ ਇਸ ਕੰਮ ਨੂੰ ਕਰਦਿਆਂ ਨੂੰ। ਤਾਂ ਇਹਦੇ ਵਿੱਚ ਕੀ ਹੈ ਕਿ ਸਾਨੂੰ ਪਤਾ ਹੈ ਕਿ ਬੱਚਾ ਅਗਰ ਕਹਿੰਦਾ ਕਿ ਮੈਂ ਵੈਂਕੂਵਰ ਜਾਣਾ ਤਾਂ ਸਾਡੇ ਕੋਲ ਕਿਹੜੇ ਆਪਸ਼ਨਸ ਹੈਗੇ, ਠੀਕ ਹੈ। ਅਗਰ ਕਹਿੰਦਾ ਵਿਨੀਪੈਗ ਜਾਣਾ ਤਾਂ ਕਿਹੜੇ ਆਪਸ਼ਨਸ ਹੈਗੇ, ਅਗਰ ਸਸਕੈਚੁਅਨ ਜਾਣਾ ਤਾਂ ਕਿਹੜੇ ਆਪਸ਼ਨਸ ਹੈਗੇ, ਨੋਵਾ ਸਕੋਸ਼ੀਆ ਜਾਣਾ ਤਾਂ ਕਿਹੜੇ ਆਪਸ਼ਨਸ ਹੈਗੇ, ਸਾਰੀਆਂ ਚੀਜ਼ਾਂ ਪਤਾ ਹੈ। ਹੁਣ ਬੱਚੇ ਦੀ ਚੋਇਸ ਇੱਕ ਬਣ ਗਈ ਕਿ ਮੈਂ ਬਰੈਂਪਟਨ ਹੀ ਜਾਣਾ। ਮੋਸਟਲੀ ਜਿਹੜੇ ਮਤਲਬ 80% ਜਿਹੜੇ ਬੱਚੇ ਉਹ ਜ਼ਿਆਦਾਤਰ ਬਰੈਂਪਟਨ, ਟੋਰੰਟੋ, ਵੈਂਕੂਵਰ ਇੱਦਾਂ ਦੇ ਆਪਸ਼ਨਸ ਲੈ ਕੇ ਆਉਂਦੇ ਆ। ਤਾਂ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਇੱਕ 'ਤੇ ਫੋਕਸ ਨਾ ਕਰੋ, ਬੜੀਆਂ ਚੀਜ਼ਾਂ ਹੈਗੀਆਂ ਦੇਖਣ ਵਾਲੀਆਂ, ਹੋਰ ਵੀ ਕੋਰਸਿਸ ਲਿੱਤੇ ਜਾ ਸਕਦੇ ਆ, ਠੀਕ ਹੈ। ਉਸ ਤਰੀਕੇ ਨਾਲ ਵੀ ਜਾ ਸਕਦੇ ਹੋ। ਕਈ ਕਾਲਜਸ ਹੁਣ ਜਿਹੜੇ ਵੱਡੇ ਕਾਲਜਾਂ 'ਚ ਬੱਚਿਆਂ ਨੇ ਐਡਮਿਸ਼ਨਾਂ ਲਿੱਤੀਆਂ ਸੀਗੀਆਂ, ਉਹਨਾਂ ਨੇ ਫੇਕ ਆਫਰ ਲੈਟਰ ਬਣਾ ਕੇ ਬੱਚਿਆਂ ਨੂੰ ਭੇਜ ਵੀ ਦਿੱਤਾ। ਤਾਂ ਇਹ ਕਾਤਕ ਹੁੰਦਾ ਜਦੋਂ ਏਜੰਟ ਮਤਲਬ ਕੀ ਕਰਦਾ ਹੈ ਕਿ डिमांड है, सप्लाई तो देनी है उन्हें, तो उन्होंने लगता कि इतने बेनीफिट है, तो फ्रॉड हो गया उत्ते। क्यों उन्होंने लगता कि अगर मेरे को बच्चा आ रहा तो मैं इन्हूं मना किदा करा, मैं कुछ ना कुछ करके इन्हों को पैसे लवां, ग्रैब करा। तो अज यही चीज़ हो रही है कि बच्चा जाता है, 4 जगह जाओ, 5 जगह जाओ, असैसमेंट कराओ, साडे को भी आके साडी असैसमेंट करो, मतलब किसी को भी जानते हो तुसीं असैसमेंट करो कि इस एजेंट ਨੂੰ कितना पता है। कई बार ਹੁੰਦਾ कि ਅਸੀਂ फ्री ਦੇ ਚੱਕਰ ਦੇ ਵਿੱਚ ਜਾਣੇ ਕਈ ਜਗ੍ਹਾ, ਈਵਨ ਕਿ ਉਹ SOP ਵੀ ਗਾਈਡ ਨਹੀਂ ਕਰਦੇ ਕਿ SOP ਕਿੱਦਾਂ ਬਣਾਉਣੀ ਆ, ਤੁਸੀਂ ਪੇਪਰ ਵਰਕ ਕੀ ਹੈ ਉਹ ਵੀ ਨਹੀਂ ਗਾਈਡ ਕਰਦੇ। ਤਾਂ ਅਸੀਂ ਪਾਰਟਿਕੂਲਰ ਫਾਈਲ ਦੇ ਉੱਤੇ ਕੰਮ ਕਰਦੇ ਹਾਂ, ਹਰ ਫਾਈਲ ਨੂੰ ਆਪਾਂ ਖੁਦ ਦੇਖਦੇ ਹਾਂ, ਸਾਰੀ ਟੀਮ ਹੈ ਸਾਡੇ ਕੋਲ। ਅਗਰ ਤੁਹਾਨੂੰ ਲੱਗਦਾ ਹੈ ਕਿ DSR ਦੀ ਐਕਸਪਰਟ ਟੀਮ ਨੂੰ ਮਿਲਣਾ ਹੈ ਔਰ ਤੁਹਾਡਾ ਕਿਤੇ ਵੀ 5 ਵਾਰ 6 ਵਾਰ 12 ਵਾਰ ਰਿਫਿਊਜ਼ਲ ਹੈ, ਸਾਡਾ ਚੈਲੰਜ ਹੈ ਕਿ ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਮੈਂ ਜਿੰਨੀ ਮਰਜ਼ੀ ਵਾਰ ਰਿਫਿਊਜ਼ਲ ਰਿਹਾ, ਹਾਂਜੀ ਹਾਂਜੀ, ਬਸ ਇਹ ਹੈ ਕਿ ਬੈਨ ਨਹੀਂ ਲੱਗਣਾ ਚਾਹੀਦਾ, 224 ਨਹੀਂ ਲੱਗਾ ਹੋਣਾ ਚਾਹੀਦਾ, 214 ਨਾ ਲੱਗਾ ਹੋਣਾ ਚਾਹੀਦਾ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਬੈਨ ਇੱਦਾਂ ਦੇ ਹੁੰਦੇ ਕਿ ਖੋਲ੍ਹ ਨਹੀਂ ਸਕਦੇ, ਮਤਲਬ ਤੁਸੀਂ ਇਮੀਗ੍ਰੇਸ਼ਨ ਨੂੰ ਝੂਠ ਬੋਲਿਆ ਔਰ ਝੂਠ ਬੋਲਣ ਦੇ ਵਿੱਚ ਤੁਸੀਂ ਫੜੇ ਗਏ, ਤਾਂ ਫੜੇ ਗਏ ਤਾਂ ਉਹ ਕਹਿੰਦੇ ਜੀ 5 ਸਾਲ ਵਾਸਤੇ ਬੈਨ। ਜਦੋਂ ਬੈਨ ਲੱਗ ਗਿਆ ਉਹ 5 ਸਾਲ ਦਾ ਬੈਨ ਕੋਈ ਨਹੀਂ ਖੁਲਵਾ ਸਕਦਾ। ਜਾਂ ਤਾਂ ਤੁਹਾਨੂੰ ਉਸੇ ਟਾਈਮ ਜਦੋਂ ਤੁਹਾਡਾ ਬੈਨ ਲੱਗਿਆ ਉਸੇ ਟਾਈਮ ਤੁਸੀਂ ਕਰੈਕਟਰ ਵੇਵਰ ਵਾਸਤੇ ਭੇਜੋਗੇ, ਲੇਕਿਨ ਉਹ ਸੁਣਵਾਈ ਘੱਟ ਹੁੰਦੀ ਉਹਦੀ। ਹਰ ਇੱਕ ਦਾ ਆਪਣਾ ਪ੍ਰੋਸੀਜਰ ਹੁੰਦਾ ਹੈ। ਜਿਸ ਤਰ੍ਹਾਂ ਹੁਣ ਬਹੁਤ ਚਰਚਾਵਾਂ ਨੇ, ਆਸਟ੍ਰੇਲੀਆ ਨੇ ਯੂਨੀਵਰਸਿਟੀਜ਼ ਦੇ ਵਿੱਚ ਬੈਨ ਕਰਤੇ ਹੈ ਪੰਜਾਬੀ ਸਟੂਡੈਂਟਸ, ਤੇ ਇਹ ਕਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਇੱਕ ਛੋਟੀ ਜਿਹੀ ਗਲਤੀ ਜੋ ਏਜੰਟਸ ਕਰ ਰਹੇ ਹੈ ਉਹ ਕਿੰਨੇ ਨੌਜਵਾਨਾਂ ਦੇ ਭਵਿੱਖ ਤੇ ਭਾਰੀ ਪੈ ਰਹੀ ਹੈ। ਬੇਸਿਕਲੀ ਕੀ ਹੈ ਪਤਾ, ਅੱਜ ਦੀ ਡੇਟ ਦੇ ਵਿੱਚ ਹਰ ਬੰਦਾ ਕਹਿੰਦਾ ਮੇਰਾ ਕੰਮ ਕਿਸੇ ਵੀ ਤਰੀਕੇ ਨਾਲ ਹੋਵੇ, ਸਾਨੂੰ ਫੇਅਰ ਡੀਲ ਨਹੀਂ ਚਾਹੀਦੀ, ਮੈਨੂੰ ਇਹ ਚਾਹੀਦਾ ਮੇਰਾ ਬੱਚਾ ਉੱਥੇ ਪਹੁੰਚਣਾ ਚਾਹੀਦਾ। ਹੁਣ ਪਹੁੰਚਣਾ ਇਹਦੇ ਵਿੱਚ ਕੀ ਆ ਕਿ ਦੇਖੋ ਪਹਿਲਾਂ ਤਾਂ ਇਨਕਮ ਪ੍ਰੂਫ ਪੈਰਾਮੀਟਰਸ ਹੈਗੇ ਕਿ ਉਹਨਾਂ ਦੀ ਜਿਹੜੀ ਇਨਕਮ ਹੈ ਤਕਰੀਬਨ 11 ਲੱਖ ਹੋਣੀ ਚਾਹੀਦੀ ਹੈ, ਪੇਰੈਂਟਸ ਦੀ ਇਨਕਮ ਸਪੋਰਟਿੰਗ ਵਾਸਤੇ। ਨਹੀਂ ਹੈ ਤਾਂ ਕੀ ਹੋਇਆ, ਉਹਨੇ ਕੀ ਕਰਨਾ, ਮੈਨੀਪੂਲੇਟ ਕਰੇਗਾ ਪੇਪਰਸ, ਠੀਕ ਹੈ। ਹੁਣ ਮੰਨ ਲਓ ਫੰਡਸ ਨਹੀਂ ਹੈਗੇ, ਕਿਸੇ ਕੋ 30 ਲੱਖ ਰੁਪਈਆ ਨਹੀਂ ਹੈ 3 ਮਹੀਨੇ ਪੁਰਾਣਾ, ਉਹ ਕੀ ਕਰੇਗਾ, ਮੈਨੀਪੂਲੇਟ ਕਰੇਗਾ। ਤੇ ਇਹ ਮੈਨੀਪੂਲੇਟ ਦੇ ਚੱਕਰ ਦੇ ਵਿੱਚ ਕੀ ਹੁੰਦਾ, ਕਈ ਵਾਰ ਇੱਦਾਂ ਦੇ ਫਰਾਡ ਡਾਕੂਮੈਂਟ ਲੱਗ ਗਏ, ਮਤਲਬ ਤੁਸੀਂ ਜੇ ਮੈਨੀਪੂਲੇਟ ਕਰਦੇ ਵੀ ਪਿਓ ਤਾਂ ਰੀਅਲ ਫੰਡ ਤਾਂ ਹੋਣੇ ਚਾਹੀਦੇ, ਰੀਅਲ ਫੰਡ ਹੀ ਨਹੀਂ ਲੱਗੇ, ਪੇਪਰ ਹੀ ਨਹੀਂ ਲੱਗੇ, ਤਾਂ ਕੀ ਹੋਏਗਾ, ਐਲੀਗੇਸ਼ਨ ਦੇ ਵਿੱਚ ਕੀ ਹੋ ਗਿਆ, ਸਟੇਟ ਨੂੰ ਉਹਨਾਂ ਨੇ ਪੂਰੇ ਸਟੇਟ ਨੂੰ, ਹੁਣ ਉਹ ਪੂਰੇ ਸਟੇਟ ਨੂੰ ਲੈ ਲਿਆ, ਪੰਜਾਬ, ਹਰਿਆਣਾ, ਗੁਜਰਾਤ, ਪੂਰੇ ਸਟੇਟਾਂ ਨੂੰ ਲੈ ਲਿਆ। ਹੁਣ ਉੱਥੇ ਦੇ ਬੱਚਿਆਂ ਨੂੰ ਮਤਲਬ ਉਹਨਾਂ ਨੇ ਇੱਕ ਟਾਰਗੇਟ ਕਰ ਲਿਆ ਕਿ ਇੱਥੇ ਦੇ ਜਿਹੜਾ ਬੱਚਾ ਹੈ ਉਹ ਜਾਲੀ ਪੇਪਰ ਲੈ ਕੇ ਕਹਿ ਰਹੇ ਹੁਣ ਉਹ ਆ ਹੀ ਨਹੀਂ ਸਕਦਾ, ਔਰ ਕਈਆਂ ਦੇ ਸੁਪਨੇ ਦੇਖੋ ਰਹਿ ਜਾਣੇ ਵਿੱਚ, ਨਹੀਂ ਜਾ ਸਕਦੇ ਵਿਦਿਆਰਥੀ। ਹੁਣ ਇੱਕ ਬੱਚੇ ਦੇ ਕਰਕੇ ਦੂਸਰੇ ਬੱਚੇ ਨੂੰ ਵੀ ਪ੍ਰੋਬਲਮ, ਜਿਹੜਾ ਜੈਨੂਇਨ ਬੱਚਾ ਉਹ ਵੀ ਕਿਤੇ ਨਾ ਕਿਤੇ ਲਾਸ ਕਰੇਗਾ, ਉਹ ਦਲਦਲ ਦੇ ਵਿੱਚ ਫਸ ਕੇ ਬਿਲਕੁਲ।
ਬਟ ਇਹ ਹੈ ਕਿ ਸਾਰੇ ਕਾਲਜਸ ਨੇ ਨਹੀਂ ਕੀਤਾ, ਜਿਹੜੇ ਕਾਲਜਸ ਦੀ ਲਿਸਟ ਹੈਗੀ ਹੈ, ਠੀਕ ਹੈ, ਕੁਛ ਕਾਲਜ ਕੁਛ ਯੂਨੀਵਰਸਿਟੀਜ਼ ਨੇ ਮਤਲਬ ਇਹ ਕੀਤਾ ਹੋਇਆ, ਤਾਂ ਹੋਰ ਆਪਸ਼ਨਸ ਬਹੁਤ ਹੈਗੇ ਨੇ। ਜੇਕਰ ਗੱਲ ਕਰੀਏ ਤਾਂ ਜੇਕਰ ਕਿਸੇ ਨੇ 12ਵੀਂ ਪਾਸ ਕੀਤੀ 6-7 ਸਾਲ 8 ਸਾਲ ਦਾ ਗੈਪ ਆ ਗਿਆ ਤੇ ਉਹ ਸਟੱਡੀ ਵੀਜ਼ਾ ਤੇ ਬਾਹਰ ਜਾ ਸਕਦੇ, ਤੁਸੀਂ ਰეკਮੈਂਡ ਕਰੋਗੇ? ਦੇਖੋ +2 ਤੋਂ ਬਾਅਦ ਅਗਰ ਮੰਨ ਲਓ 6-7 ਸਾਲ ਦਾ ਗੈਪ ਹੋ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਜੈਨੂਇਟੀ ਨਹੀਂ ਬਣਦੀ। ਫਾਈਲ ਲਾ ਸਕਦੇ ਆ, ਕਈ ਚੀਜ਼ਾਂ ਮੈਨੀਪੂਲੇਟ ਕਰਕੇ ਤੁਸੀਂ ਟ੍ਰੇਨਿੰਗ ਇਹ ਉਹ ਸ਼ੋਅ ਕਰਕੇ ਲਾ ਸਕਦੇ, ਕਿਤੇ ਨਾ ਕਿਤੇ ਚਾਂਸਸ ਥੋੜ੍ਹੇ ਜਿਹੇ ਘੱਟ ਜਾਂਦੇ ਆ, ਮਤਲਬ ਤੁਹਾਡਾ ਜਿਹੜਾ 100% ਸੀਗਾ ਉਹ 80% ਰਹਿ ਜਾਂਦਾ। ਲੇਕਿਨ ਮੈਂ ਉੱਦਾਂ ਦੇ ਬੱਚਿਆਂ ਨੂੰ ਜਿਹੜੇ 6 ਸਾਲ ਦੇ ਗੈਪ ਹੋ ਗਿਆ, ਉਹਨੇ ਲਾਈਫ ਦੇ ਵਿੱਚ ਕੁਝ ਨਹੀਂ ਕੀਤਾ, ਠੀਕ ਹੈ, ਜਾਂ ਉਹਨੇ ਕੁਝ ਕੀਤਾ, अगर उन्हें कुछ किया है, खेती बाड़ी की है या कोई ट्रेडिंग क्या ITI कुछ किया है, इलैक्ट्रिकल या प्लंबर का कोर्स किया है, कुछ किया है, तो उन्होंने आप कोरिलेट कर सकते। वो बच्चा वर्क परमिट अप्लाई करे, कैनेडा के वर्क परमिट बहुत ईजीली मिल जाता है, लीमिया बहुत ईजीली मिल जाती है, ठीक है, तो वर्क परमिट अप्लाई करे, वो वीज़ा जरूर। जेकर किसी का वर्क परमिट का बजट ना होए, देखो वो की है कि देखो जे बजट नहीं है तो बच्चा बाहर ही ना जाए, मेरा ये मतलब एक सजेशन है, क्योंकि धक्के ना बाहर जाने का मतलब है कल नूं उस बच्चे नूं कोई सिक्योरिटी नहीं है, ठीक है जी। जे बच्चे का कुछ हो जाता है, इधरों पेरेंट्स ने इन्नी वड्डी इन्वेस्टमेंट की होंदी है, इन्वेस्टमेंट है, मैं इन्हूं इन्वेस्टमेंट ही कहांगा, पेरेंट्स इस तरह ना बच्चे नूं भेजदा कि मैं इन्वेस्टमेंट कर रहा पिया, बच्चा उत्थे जाएगा उन्होंने डबल करके भेजेगा। जे बच्चे नूं इन केस कुछ मिसहैप हो जाता, उत्थे मिसहैपनिंग हो जाती है, तो की होएगा, कितना बड़ा लॉस हो सकता है। सर आजकल लगातार केसेस भी सामने आ रहे हैं, रिस्क ਨੂੰ कैलकुलेट करना पेगा, तो ਉਹਦੇ ਹਿਸਾਬ ਨਾਲ ਚੱਲਣਾ ਪਏਗਾ। ਲੀਮੀਆ ਕਰਨਾ ਉਹੀ ਕਰੇ ਜਿਹਦੇ ਲੱਗਦਾ ਕਿ ਇੱਥੇ ਬੱਚਾ ਲਾ ਸਕਦਾ ਹੈ, ਜਿਹੜੇ ਪੈਸੇ ਲਾ ਸਕਦਾ। ਮੈਂ ਤਾਂ ਸਟੂਡੈਂਟ ਨੂੰ ਵੀ ਇਹੀ ਕਹਿਣਾ, ਜੇ ਤੁਹਾਡੇ ਕੋਲ ਪੈਸੇ ਹੈਗੇ ਫਿਰ ਤੁਸੀਂ ਅਪਲਾਈ ਕਰੋ, ਅਦਰਵਾਈਜ਼ ਅਪਲਾਈ ਕਰਨ ਦੀ ਕੋਈ ਲੋੜ ਨਹੀਂ। ਬਿਲਕੁਲ ਨਹੀਂ ਤਾਂ ਰਿਸਕਸ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਹੈ, ਜੇ ਉੱਥੇ ਨਾ ਸੈਟਲ ਹੋ ਪਾਵੋ ਤਾਂ ਵਾਪਸ ਆਉਣ ਦਾ ਵੀ ਨਹੀਂ ਚਾਂਸ ਹੁੰਦਾ, ਕਿਉਂਕਿ ਮਾਪੇ ਨੇ ਜਿਹੜਾ ਇੱਥੇ ਬਿਜ਼ਨਸ ਦੀ ਲਗਾਉਣਾ ਮੁੰਡੇ ਲਈ ਉਹਨਾਂ ਨੇ ਬਾਹਰ ਲਗਾ ਕੇ ਭੇਜਦਾ ਤੇ ਫਿਰ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ। ਜੇਕਰ ਕੋਈ DSR ਇਮੀਗ੍ਰੇਸ਼ਨ ਕੋਲ ਆਉਂਦਾ ਤਾਂ ਕੀ ਓਪਰਚੁਨਿਟੀਜ਼ ਕੀ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋ? ਦੇਖੋ ਸਭ ਤੋਂ ਪਹਿਲਾਂ ਤਾਂ ਬੱਚਾ ਆਉਂਦਾ ਹੈ, ਪਹਿਲਾਂ ਮੈਂ ਦੇਖਦਾ ਐਲੀਜੀਬਿਲਿਟੀ ਕ੍ਰਾਈਟੇਰੀਆ, ਨਾਟ ਓਨਲੀ ਫਰੋਮ ਦਾ ਮਤਲਬ ਉਹਦੇ ਐਕੈਡਮਿਕਸ ਪਲੱਸ ਉਹਦਾ ਐਕਸਪੀਰੀਅੰਸ, ਉਹਦੇ ਫੰਡਿੰਗ, ਸਾਰਾ ਕੁਝ ਚੈੱਕ ਕਰਦਾ। ਔਰ ਅਗਰ ਕਿਸੇ ਜਗ੍ਹਾ 'ਤੇ ਵੀ ਸਜੈਸ਼ਨ ਦੇ ਸਕਦਾ ਹੈ ਤਾਂ ਦੇ ਦਿੰਦਾ ਉਹਨਾਂ ਕਿ ਤੁਸੀਂ ਇਨਕਮ ਨੂੰ ਇਸ ਤਰੀਕੇ ਨਾਲ ITR ਬਣਾ ਲਓ ਜਾਂ ITR ਇੱਦਾਂ ਬਣਾ ਲਓ, ਠੀਕ ਹੈ, ਤੁਸੀਂ ਆਪਣਾ ਇੱਕ ਬੈਂਕ ਬੈਲੈਂਸ ਸਰਟੀਫਿਕੇਟ ਜਿਹੜਾ ਹੈਗਾ ਇੱਦਾਂ ਮੇਨਟੇਨ ਕਰੋ, ਠੀਕ ਹੈ, ਜਾਂ ਫਿਰ ਤੁਸੀਂ ਕੋਈ ਵੀ ਡਾਕੂਮੈਂਟੇਸ਼ਨਸ ਹੈ ਉਹਨੂੰ ਪ੍ਰੋਪਰ ਵੇ ਨਾਲ ਕਿੱਦਾਂ ਬਣਾਉਣਾ, ਉਹਦੇ ਵਾਸਤੇ ਅਸੀਂ ਪ੍ਰੋਪਰ ਸਜੈਸ਼ਨ ਦਿੰਦੇ ਹਾਂ। ਕੈਨੇਡਾ ਜਾਣ ਲਈ ਕਿਹੜੇ ਡਾਕੂਮੈਂਟਸ ਤੁਹਾਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਔਰ ਸਟੂਡੈਂਟਸ ਜੋ ਬਹੁਤ ਲੇਟ ਕਰ ਦਿੰਦੇ ਆ ਦੇਣ ਲਈ? ਦੇਖੋ ਸਭ ਤੋਂ ਪਹਿਲਾਂ ਤਾਂ ਡਾਕੂਮੈਂਟਸ ਦੇ ਵਿੱਚ ਸਭ ਤੋਂ ਪਹਿਲਾਂ ਐਕੈਡਮਿਕਸ ਆਉਣਗੇ। ਐਕੈਡਮਿਕਸ ਦੇ ਵਿੱਚ ਕੀ ਹੈ, ਉਹਨਾਂ ਦੇ 10th ਤੋਂ ਲੈ ਕੇ ਜਿੰਨੀ ਵੀ ਹਾਈਐਸਟ ਕੁਆਲੀਫਿਕੇਸ਼ਨ ਹੈ ਸਾਰੇ ਡਾਕੂਮੈਂਟਸ। ਹੁਣ ਉਹਦੇ ਵਿੱਚ ਸਭ ਤੋਂ ਦੇਖਣ ਵਾਲਾ ਚੀਜ਼ ਕੀ ਹੈ ਕਿ ਬੱਚਾ ਅਗਰ ਕਿਤੇ ਫੇਲ ਆ, ਮੰਨ ਲਓ ਕਿਤੇ ਨਾ ਕਿਤੇ ਬੈਕਲੌਗ ਹੈ, ਕੋਈ ਵੀ ਬੈਕਲੌਗ ਨੂੰ ਬਾਅਦ 'ਚ ਕਲੀਅਰ ਕੀਤਾ ਜਾਂ ਇਨ ਟਾਈਮ ਕਲੀਅਰ ਕੀਤਾ ਜਾਂ ਪੂਰੇ ਸੈਸ਼ਨ ਦੇ ਵਿੱਚ ਕਲੀਅਰ ਕੀਤਾ, ਉਹ ਬਹੁਤ ਵੱਡਾ ਮੈਟਰ ਕਰਦਾ। ਕਿਤੇ ਸੈਸ਼ਨ ਤੋਂ ਬਾਅਦ ਤਾਂ ਨਹੀਂ ਉਹਨੇ ਮਤਲਬ ਪਾਸ ਆਊਟ ਕੀਤਾ, ਉਹਦੇ 'ਤੇ ਮੈਟਰ ਕਰਦਾ, ਕਿਉਂਕਿ ਕਿਤੇ ਕਈ ਵਾਰ ਹੁੰਦਾ ਕਿ ਆਪਾਂ ਐਬਸੈਂਟ ਹੋ ਜਾਂਦੇ ਹਾਂ, ਫੇਲ ਹੋ ਜਾਂਦੇ ਹਾਂ, ਕਈ ਵਾਰ ਉਹ ਕੰਸੋਲੀਡੇਟ ਮਾਰਕਸ਼ੀਟ ਜਿਹੜੀਆਂ ਭੇਜਦੇ ਆ ਸਾਨੂੰ ਉਹ ਜੱਜ ਕਰਨੀਆਂ ਪੈਂਦੀਆਂ ਕਿ ਕਿਹੜੀ ਮਾਰਕਸ਼ੀਟ ਆਪਾਂ ਲਾਣੀ ਹੈ, ਕਿਹੜੀ ਨਹੀਂ ਲਾਣੀ ਹੈ। ਬੈਕਲੌਗ ਕਿੱਦਾਂ ਕਲੀਅਰ ਹੋਇਆ, ਬੈਕਲੌਗ ਸਮਰੀ ਹੁੰਦੀ ਹੈ, ਇੱਕ ਕਾਲਜ ਬਣਾ ਕੇ ਦਿੰਦਾ ਕਿ ਇਸ ਬੱਚੇ ਨੇ ਕਿੰਨੇ ਬੈਕਲੌਗ ਲੱਗੇ, ਬਹੁਤ ਜ਼ਰੂਰੀ ਹੁੰਦੇ ਇਸ ਚੀਜ਼ਾਂ ਦੀ। ਲੇਕਿਨ +2 ਵਾਲੇ ਬੱਚੇ ਵਾਸਤੇ ਇੰਨੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਰੈਗੂਲਰ ਹੀ ਪੜ੍ਹ ਕੇ ਆਉਂਦਾ। ਮੋਸਟਲੀ ਜਿਹੜੇ ਗ੍ਰੈਜੂਏਸ਼ਨ ਵਾਲੇ ਜਾਂ ਮਾਸਟਰਸ ਵਾਲੇ ਬੱਚੇ ਉਹਨਾਂ ਦਾ ਬੈਕਲੌਗ ਆਉਂਦਾ, ਤਾਂ ਬੈਕਲੌਗ ਸਰਟੀਫਿਕੇਟ ਬਹੁਤ ਜ਼ਰੂਰੀ ਹੈ। ਉਹ ਤੋਂ ਇਲਾਵਾ ਜੇ ਆਪਾਂ ਲੈ ਕੇ ਚੱਲੀਏ ਪਾਸਪੋਰਟ ਦੀ ਜਿਹੜੀ ਵੈਲਿਡਿਟੀ ਹੈ ਉਹ 6 ਮਹੀਨੇ ਤੋਂ ਉੱਪਰ ਹੋਣੀ ਚਾਹੀਦੀ ਹੈ ਔਰ ਮਿਊਟੀਲੇਟਡ ਨਹੀਂ ਹੋਣਾ ਚਾਹੀਦਾ। ਮਿਊਟੀਲੇਟਡ ਦਾ ਮਤਲਬ ਕਿਤੇ ਵੀ ਜਿੱਦਾਂ ਤੇਲ ਗਿਰਿਆ ਹੋਇਆ ਜਾਂ ਕੋਈ ਡਾਕੂਮੈਂਟ ਬਹੁਤ ਜ਼ਰੂਰੀ ਹੈ ਵੈਸੇ ਵੀ ਸੰਭਾਲ ਕੇ, ਹਾਂ ਉਹ ਮਤਲਬ ਖਰਾਬ ਨਹੀਂ ਹੋਣਾ ਚਾਹੀਦਾ, ਅਦਰਵਾਈਜ਼ ਪਾਸਪੋਰਟ ਐਕਸੈਪਟ ਨਹੀਂ ਹੁੰਦਾ ਕਿਉਂਕਿ ਇਮੀਗ੍ਰੇਸ਼ਨ ਇਹ ਕਹਿ ਦਿੰਦੀ ਕਿ ਨਵਾਂ ਪਾਸਪੋਰਟ ਦਵੋ ਜਦੋਂ PPR ਆਉਂਦੀ ਹੈ। ਇਸੇ ਤਰੀਕੇ ਨਾਲ ਜਿਹੜੇ ID ਪ੍ਰੂਫਸ ਹੈਗੇ, ID ਪ੍ਰੂਫ ਇਸ ਕਰਕੇ ਮਸਟ ਹੈਗੇ ਕਿ ਇਹਨਾਂ ਦੀ ਫੈਮਿਲੀ ਨੂੰ ਕੋਰਿਲੇਟ ਕਰਨਾ। ਫੈਮਿਲੀ ਕੁਐਸਚਨਰਸ ਹੈਗੇ, ਫੈਮਿਲੀ ਕੁਐਸਚਨਰ ਦੇ ਵਿੱਚ ਇਹ ਆ ਫੈਮਿਲੀ ਕਰਦੀ ਕੀ ਪਈ ਆ, ਲਾਈਕ ਬ੍ਰਦਰ ਸਿਸਟਰ ਇਹ ਉਹ ਸਾਰਾ ਕੁਝ, ਕਿਉਂਕਿ ਉਹਦੇ ਵਿੱਚ ਇੱਕ ਕੈਲਕੂਲੇਸ਼ਨ ਹੁੰਦੀ ਹੈ, ਲਾਈਕ ਅਗਰ 2 ਬੱਚੇ ਆ ਤਾਂ 2 ਬੱਚਿਆਂ ਦਾ ਖਰਚਾ ਕਿੰਨਾ ਹੈ, ਅਗਰ 4 ਜਣੇ ਰਹਿ ਰਹੇ ਆ ਫੈਮਿਲੀ ਦੇ ਵਿੱਚ ਤਾਂ 4 ਬੰਦਿਆਂ ਦਾ ਖਰਚਾ ਕਿੰਨਾ ਹੈ। ਤਾਂ ਇਹ ਕੈਲਕੂਲੇਸ਼ਨ ਹੁੰਦੀ ਹੈ ਕਿ ਜੇ ਇਸ ਬੱਚੇ ਨੂੰ ਬਾਹਰ ਭੇਜਿਆ ਜਾਵੇ ਘਰ ਦਾ ਖਰਚਾ ਚੱਲੂਗਾ ਕਿ ਨਹੀਂ ਚੱਲੂਗਾ, ਕੈਲਕੂਲੇਸ਼ਨ ਹੈ ਕਿਤੇ ਨਾ ਕਿਤੇ, ਤਾਂ ਉਹ ਇੱਕ ਫਾਈਨੈਂਸ਼ੀਅਲ ਅੰਡਰਰਾਈਟਿੰਗ ਹੈ। ਇਸੇ ਤਰੀਕੇ ਨਾਲ ਜਿਹੜੇ ID ਪ੍ਰੂਫਸ ਹੈ ਇਹ ਮਤਲਬ ਦੱਸਦੇ ਆ ਕਿ ਬੱਚਾ ਕਿੱਥੇ ਹੈਗਾ, ਮਤਲਬ ਉਹਦੇ ਪੇਰੈਂਟਸ ਜਾਂ ਬ੍ਰਦਰ ਸਿਸਟਰ ਕਿੱਥੇ ਹੈਗੇ। ਜੇ ਕੋਈ ਬੱਚਾ ਮੰਨ ਲਓ ਅਗਰ ਕਿਤੇ ਬਾਹਰ ਹੈਗਾ ਔਰ ਉਹ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਦਾ ਪਿਆ, ਇਟ ਮੀਨਸ ਉਹਨੂੰ ਆਪਾਂ ਕੀ ਕਰਾਂਗੇ, ਸ਼ੋਅ ਤਾਂ ਕਰਨਾ ਹੀ ਪੈਣਾ ਨਾ। ਮੰਨ ਲਓ ਅਗਰ ਕੋਈ 2 ਨੰਬਰ 'ਚ ਅਮਰੀਕਾ ਰਹਿ ਰਿਹਾ ਕਿਸੇ ਦਾ ਬ੍ਰਦਰ, ਤਾਂ ਉਹਦੇ ਪੇਪਰ ਕਿੱਦਾਂ ਸ਼ੋਅ ਕਰਾਂਗੇ, ਤਾਂ ਉਹਦਾ ਪਾਸਪੋਰਟ ਲੱਗੇਗਾ ਜਾਂ ਮੰਨ ਲਓ ਕੁਝ ਵੀ ਡਾਕੂਮੈਂਟਸ ਹੈਗੇ, ਆਧਾਰ ਕਾਰਡ ਲੱਗੇਗਾ ਕਿ ਇੰਡੀਅਨ ਆਈਡੈਂਟੀਟੀ ਕੀ ਹੈ,
तो ये पेपर्स मतलब पेपर वर्क बहुत ज़्यादा इंपॉर्टेंट है, मतलब हर चीज़ ਉਹਦੇ ਨਾਲ ਕੋਰਿਲੇਟਡ ਹੈ। ਆਈਡੀ ਪ੍ਰੂਫ ਦੇ ਵਿੱਚ ਜਿੱਦਾਂ ਬੱਚੇ ਦਾ ਜ਼ਿਆਦਾਤਰ ਪਾਸਪੋਰਟ ਚੱਲ ਜਾਂਦਾ ਹੈ, ਠੀਕ ਹੈ ਜੀ। ਆਧਾਰ ਕਾਰਡ ਇਸ ਕਰਕੇ ਲੈਂਦੇ ਆ ਕਿ ਕਿਤੇ ਨਾ ਕਿਤੇ ਦੋ ਆਈਡੀ ਪ੍ਰੂਫਸ ਹੋਣੇ ਬਹੁਤ ਜ਼ਰੂਰੀ ਹੈ। ਇਸੇ ਤਰੀਕੇ ਨਾਲ ਬੈਂਕਿੰਗ ਦੇ ਜਿਹੜੇ ਪੇਪਰਸ ਹੈਗੇ, ਬੈਂਕਿੰਗ ਦੇ ਪੇਪਰ ਪ੍ਰੋਪਰ ਹੋਣੇ ਚਾਹੀਦੇ। ਬੈਂਕ ਬੈਲੈਂਸ ਸਰਟੀਫਿਕੇਟ ਜਿਹੜਾ ਪ੍ਰੋਪਰ ਇੱਕ ਕਲਰ ਉਹਦੇ ਵਿੱਚ ਹੋਣਾ ਚਾਹੀਦਾ, ਲੈਟਰ ਹੈਡ 'ਤੇ ਹੋਣਾ ਚਾਹੀਦਾ। ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਡਾਕੂਮੈਂਟ ਪ੍ਰੋਪਰ ਤਰੀਕੇ ਨਾਲ ਲੈਣਾ ਚਾਹੀਦਾ ਕਿਉਂਕਿ ਅਗਰ ਡਾਕੂਮੈਂਟ ਅਗਰ ਪ੍ਰੋਪਰ ਤਰੀਕੇ ਨਾਲ ਸਕੈਨ ਹੋ ਕੇ ਨਹੀਂ ਗਏ ਤਾਂ ਇਮੀਗ੍ਰੇਸ਼ਨ ਇੱਕ ਲਿਖ ਕੇ ਭੇਜਦੀ ਆ ਮਿਸਿੰਗ ਡਾਕੂਮੈਂਟ। ਤਾਂ ਕਈ ਵਾਰ ਬੱਚਾ ਕਹਿੰਦਾ ਮਿਸਿੰਗ ਡਾਕੂਮੈਂਟ ਮਤਲਬ ਤੁਸੀਂ ਕੋਈ ਡਾਕੂਮੈਂਟ ਘੱਟ ਲਾਇਆ ਨਹੀਂ, ਘੱਟ ਕੋਈ ਵੀ ਡਾਕੂਮੈਂਟ ਨਹੀਂ ਲੱਗਦਾ ਕਿਉਂਕਿ ਉਹ ਐਕਸੈਪਟ ਹੀ ਨਹੀਂ ਕਰਦਾ, ਠੀਕ ਹੈ ਜੀ। ਕਿਉਂਕਿ ਡਾਕੂਮੈਂਟ ਵਿੱਚ ਅਗਰ ਕਿਤੇ ਸਕੈਨ ਕਰਨ ਦੇ ਵਿੱਚ ਪ੍ਰੋਬਲਮ ਹੋਵੇ, ਕਿਤੇ ਕੱਟ ਲੱਗਾ ਹੋਵੇ, ਅਗਰ ਪੂਰਾ ਡਾਕੂਮੈਂਟ ਸਕੈਨ ਨਾ ਹੋਇਆ ਤਾਂ ਉਹਦੇ ਵਿੱਚ ਮਿਸਿੰਗ ਡਾਕੂਮੈਂਟ ਆਉਂਦਾ ਹੈ ਜੀ। ਔਰ ਜਿੱਦਾਂ ਆਪਾਂ ਗੱਲ ਕੀਤੀ ਕਿ ਤੁਹਾਡੇ ਕੋਲ ਸਭ ਤੋਂ ਵੱਧ ਰਿਫਿਊਜ਼ਲ ਕੇਸਿਸ ਆਉਂਦੇ, ਤਾਂ ਕਿਹੜੀ ਚੀਜ਼ ਹੈ, ਕਿਹੜੀ ਗਲਤੀ ਹੈ ਜੋ ਆਪਾਂ ਕਰਦੇ ਹਾਂ ਕਿ ਰਿਫਿਊਜ਼ਲ ਆ ਜਾਂਦੀ ਹੈ? ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਕੋਰਸ, ਜਦੋਂ ਵੀ ਬੱਚਾ ਕੋਰਸ ਚੂਜ਼ ਕਰਦਾ ਤਾਂ ਮੰਨ ਲਓ ਮੈਂ ਜੂਲੋਜੀ ਪੜ੍ਹਿਆ ਇੱਥੇ, ਠੀਕ ਹੈ, ਜੂਲੋਜੀ ਦੀ ਮੈਂ ਬੈਚਲਰ ਕਰ ਲਈ, ਫਿਰ ਮੈਂ ਡਿਪਲੋਮਾ ਲੈਣ ਜਾ ਰਿਹਾ ਜੂਲੋਜੀ ਦਾ। ਤੁਸੀਂ ਬੈਚਲਰ ਕਰਨ ਤੋਂ ਬਾਅਦ ਮਾਸਟਰ ਜਾਣਾ ਚਾਹੀਦਾ। ਹੁਣ ਮਾਸਟਰ ਦੇ ਵਿੱਚ ਉੱਥੇ ਜੂਲੋਜੀ ਦਾ ਆਪਸ਼ਨ ਨਹੀਂ ਹੈ ਮੰਨ ਲਓ, ਤਾਂ ਤੁਸੀਂ ਕੀ ਲਓਗੇ? ਕੁਐਸਚਨ ਹੈ, ਠੀਕ ਹੈ। ਹੁਣ ਤੁਹਾਡੇ ਕੋਲ ਗੈਪ ਆ ਗਿਆ, ਮੰਨ ਲਓ ਤੁਸੀਂ BSc ਕਰਨ ਤੋਂ ਬਾਅਦ ਤੁਹਾਡਾ ਗੈਪ ਆ ਗਿਆ 5 ਸਾਲ ਦਾ। ਹੁਣ 5 ਸਾਲ ਤੁਸੀਂ ਪੜ੍ਹਾਈ ਨਹੀਂ ਕੀਤੀ, ਇਮੀਗ੍ਰੇਸ਼ਨ ਆਫੀਸਰ ਕਹਿੰਦਾ ਤੁਸੀਂ ਪੜ੍ਹਾਈ ਕੀਤੀ ਨਹੀਂ, ਅੱਜ ਤੁਸੀਂ ਤੁਹਾਨੂੰ ਪੜ੍ਹਨ ਦਾ ਸ਼ੌਕ ਕਿੱਥੋਂ ਪੈਦਾ ਹੋ ਗਿਆ? ਇਹਦਾ ਮਤਲਬ ਕਿ ਤੁਸੀਂ ਇੰਡੀਆ ਦੇ ਵਿੱਚ ਸਕਸੈਸ ਨਹੀਂ ਹੋਏ ਤਾਂ ਕਰਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ। ਤੇ ਉਹਨਾਂ ਨੂੰ ਆਈ ਹੈ ਫਿਰ ਬਾਹਰ ਆ ਕੇ ਕਿਵੇਂ ਤੁਸੀਂ ਬਿਲਕੁਲ ਸਕਸੈਸਫੁਲ ਹੋਵੋਗੇ ਚੀਜ਼ ਹੈ। ਤਾਂ ਉਹ ਕਿਤੇ ਨਾ ਕਿਤੇ ਕੋਰਿਲੇਟ ਕਰਨਾ ਪੈਂਦਾ। ਅਗਰ ਮੰਨ ਲਓ ਉਹਨੇ ਜੂਲੋਜੀ ਕੀਤਾ ਜਾਂ ਉਹਦੇ ਨਾਲ B.Ed ਆ, ਹੁਣ B.Ed ਦੇ ਵਿੱਚ ਅਗੇਨ ਕੋਈ ਬੰਦਾ ਕਹਿੰਦਾ ਮੈਂ ਟੀਚਿੰਗ 'ਚ ਵਿੱਚ ਜਾਣਾ, B.Ed ਕੀਤੀ ਹੋਈ ਆ ਤਾਂ ਮੈਨੂੰ ਬੈਚਲਰ ਆਫ ਐਜੂਕੇਸ਼ਨ ਤਾਂ ਮੈਂ ਇੱਥੇ ਕੀਤੀ ਹੈ, ਤਾਂ ਮੈਂ ਅਰਲੀ ਚਾਈਲਡਹੁੱਡ ਲੈਣਾ ਡਾਇਰੈਕਟਲੀ। ਕਈ ਵਾਰ ਕੋਰਿਲੇਟ ਨਹੀਂ ਕਰਦਾ। ਵੀਜ਼ਾ ਆਫਿਸਰ ਕਹਿੰਦਾ ਆਲਰੇਡੀ ਤੁਸੀਂ B.Ed ਕੀਤੀ ਹੋਈ ਹੈ, ਬੈਚਲਰ ਆਫ ਐਜੂਕੇਸ਼ਨ ਤੁਸੀਂ ਇੱਥੋਂ ਕੀਤੀ ਹੈ, ਡਿਪਲੋਮਾ ਲੈਣ ਤੁਸੀਂ ਉੱਥੇ ਜਾ ਰਹੇ ਹੋ। +2 ਵਾਸਤੇ ਓਕੇ ਹੈ, ਜਿਹੜਾ ਰੈਗੂਲਰ ਪੜ੍ਹ ਕੇ ਹੈ +2 ਵਾਸਤੇ ਓਕੇ ਹੈ। ਲੇਕਿਨ ਕਿਤੇ ਨਾ ਕਿਤੇ ਗ੍ਰੈਜੂਏਸ਼ਨ ਵਾਲਾ ਅਗਰ ਅਰਲੀ ਚਾਈਲਡਹੁੱਡ ਬੋਲੇਗਾ ਤਾਂ ਕਿੱਦਾਂ ਹੈ? ਤਾਂ ਉਸ ਜਗ੍ਹਾ ਦੇ ਵਿੱਚ ਉਹਦਾ 5 ਸਾਲ ਦਾ ਗੈਪ ਹੈ, 9 ਸਾਲ ਦਾ ਗੈਪ ਹੈ, ਔਰ ਉਹ ਬੋਲੇਗਾ ਕਿ ਮੈਂ ਆਹ ਸਬਜੈਕਟ ਲੈਣਾ, ਕੋਰਸ ਸਬਜੈਕਟ ਦੇ ਵਿੱਚ ਨਹੀਂ ਲਏਗਾ। ਉਹਨੂੰ ਵੋਕੇਸ਼ਨਲ ਜਾਂ ਉਹਨੂੰ ਇੱਦਾਂ ਦੇ ਕੋਰਸ 'ਚ ਜਾਣਾ ਪਏਗਾ, ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ ਜਾਣਾ ਪਏਗਾ। ਉਹ ਇਹ ਕਹਿ ਸਕਦਾ ਕਿ ਮੈਂ ਪੜ੍ਹਾਇਆ ਸੀਗਾ, ਇੰਨੇ ਸਾਲ ਪੜ੍ਹਾਉਣ ਤੋਂ ਬਾਅਦ ਮੈਨੂੰ ਲੱਗਦਾ ਕਿ ਅੱਜ ਮੇਰਾ ਇੱਕ ਸੁਪਨਾ ਹੈ, ਸੁਪਨਾ ਵੀ ਦਿਖਾ ਸਕਦੇ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਮੇਰਾ ਸੁਪਨਾ ਹੈ ਕਿ ਮੈਂ ਸਕੂਲ ਖੋਲ੍ਹਣਾ ਹੈ, ਠੀਕ ਹੈ, ਸਕੂਲ ਚਲਾਉਣਾ ਹੈ, ਆਪਣਾ ਸਕੂਲ ਖੋਲ੍ਹਣ ਦੀ ਮੇਰੀ ਇੱਕ ਇੱਛਾ ਹੈਗੀ ਹੈ। ਤਾਂ ਇਸ ਕਰਕੇ ਮੈਂ ਪ੍ਰੋਜੈਕਟ ਲੈਣਾ ਚਾਹੁੰਦਾ। ਇੱਦਾਂ ਦੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕੋਰਿਲੇਟ ਕਰਨੀਆਂ ਹੁੰਦੀਆਂ। ਔਰ ਇਹ ਚੀਜ਼ਾਂ ਇੱਕ ਸਟੂਡੈਂਟ ਨੂੰ ਤਾਂ ਨਹੀਂ ਪਤਾ, ਫਿਰ ਇੱਥੇ ਏਜੰਟਸ ਗਲਤੀ ਕਰਦੇ ਆ। ਸਟੂਡੈਂਟਸ ਨੂੰ ਪਤਾ ਹੋਣ ਤੋਂ ਬਾਅਦ ਵੀ ਨਾ ਉਹ ਕਹਿੰਦਾ ਕਿ ਨਹੀਂ ਮੈਂ ਪਰਟੀਕੂਲਰ ਸਟੇਕ ਹੈ ਕਿ ਮੈਂ ਇਹ ਹੀ ਲੈਣਾ ਹੈ। ਕਈ ਵਾਰ ਪਤਾ ਹੁੰਦਾ ਹੈ, ਉਹਨੂੰ ਲੱਗਦਾ ਕਿ ਨਹੀਂ ਮੈਂ ਆਪਣੇ ਸਬਜੈਕਟ 'ਚ ਮਾਸਟਰਸ ਹੈ। ਕਈ ਵਾਰ ਆਪਣੇ ਸਬਜੈਕਟ 'ਚ ਮਾਸਟਰ ਹੋਣ ਤੋਂ ਬਾਅਦ ਉਹ ਕਹਿੰਦੇ ਤੁਸੀਂ ਮਾਸਟਰ ਹੋ ਗਏ, ਉਸ ਤੋਂ ਬਾਅਦ ਫਿਰ ਦੁਬਾਰਾ ਮਾਸਟਰੀ ਕਾਹਤੇ ਕਰਨੀ? ਇਹ ਚੀਜ਼ ਹੈ, ਕਿਤੇ ਨਾ ਕਿਤੇ ਕੋਰਿਲੇਟ ਕਰਨਾ ਬਹੁਤ ਜ਼ਰੂਰੀ ਹੈ। ਤੇ ਤੁਸੀਂ ਕਿਵੇਂ ਬਚਾਉਂਦੇ ਹੋ ਬੱਚਿਆਂ ਨੂੰ? ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਲਗਾਤਾਰ ਜਿਸ ਤਰ੍ਹਾਂ ਇੰਟਰੋਡਕਸ਼ਨ ਵਿੱਚ ਵੀ ਗੱਲ ਹੋਈ ਕਿ ਰੋਜ਼ ਹੀ ਤੁਹਾਡੇ ਕੋਲ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਉਂਦੇ ਹੋਣਗੇ ਹਰ ਮਹੀਨੇ ਜੋ ਬਾਹਰ ਜਾਣਾ ਚਾਹੁੰਦੇ ਨੇ, ਤੇ ਰੋਜ਼ ਹੀ ਕੋਈ ਨਾ ਕੋਈ ਬੱਚਾ ਆ ਰਿਹਾ ਜਿਹਨੇ ਕੈਨੇਡਾ ਜਾਣਾ ਹੈ। ਤਾਂ ਕਿਹੜੀਆਂ ਗੱਲਾਂ ਦਾ ਧਿਆਨ ਦੇਣ ਤਾਂ ਕਿ ਉਹਨਾਂ ਦਾ ਪੈਸਾ ਹੈ, ਜੋ ਮਿਹਨਤ ਦੀ ਕਮਾਈ ਹੈ, ਉਹ ਵਿਅਰਥ ਨਾ ਜਾਏ, ਵੇਸਟ ਨਾ ਹੋਏ? ਦੇਖੋ, ਸਭ ਤੋਂ ਪਹਿਲਾਂ ਤਾਂ ਬੱਚਾ ਜਦੋਂ ਵੀ ਆਉਂਦਾ ਨਾ ਸਾਡੇ ਕੋਲ, ਸਭ ਤੋਂ ਜ਼ਿਆਦਾ ਬੱਚਾ ਕਨਫਿਊਜ਼ ਹੁੰਦਾ ਹੈ। ਕਨਫਿਊਜ਼ ਕਦੋਂ ਹੁੰਦਾ ਹੈ? ਕਿ ਜਦੋਂ ਉਹ ਜ਼ਿਆਦਾ ਲੋਕਾਂ ਦੀਆਂ ਸਲਾਹਾਂ ਲੈਂਦਾ ਹੈ। ਦੇਖੋ, ਮੈਂ ਇੱਕ ਸਲਾਹ ਲੈ ਰਿਹਾ ਕਿਸੇ ਡਾਕਟਰ ਕੋ, ਔਰ ਮੈਂ ਪੜ੍ਹਿਆ ਕਾਮਰਸ। ਡਾਕਟਰ ਨੇ ਮੈਨੂੰ ਕੀ ਸਲਾਹ ਦੇਣੀ ਹੈ? ਉਹ ਆਪਣਾ ਇੱਕ ਜਨਰਲ ਐਕਸਪੀਰੀਅੰਸ ਬਤਾਏਗਾ ਕਿ ਯਾਰ ਤੂੰ ਕਾਮਰਸ ਕੀਤੀ ਆ, ਜੇ ਤੇਰੀ ਤੂੰ ਆ ਲੈ ਲੈ, BBA ਲੈ ਲੈ, ਹੈ ਨਾ। ਹੁਣ ਅਸੀਂ ਜਦੋਂ ਦੱਸਾਂਗੇ, ਅਸੀਂ ਉਹਨੂੰ ਇਹ ਡਿਫਾਈਨ ਕਰ ਸਕਦੇ ਹਾਂ ਕਿਉਂਕਿ ਸਾਡਾ ਕਾਉਂਸਲਿੰਗ ਦਾ ਕੰਮ ਹੈ ਔਰ ਅਸੀਂ ਹਰ ਸਬਜੈਕਟ ਉੱਤੇ ਸਟੱਡੀ ਕਰ ਰਹੇ ਹਾਂ, ਠੀਕ ਹੈ। ਤਾਂ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਬੇਟਾ ਤੇਰੇ ਅਕਾਊਂਟੈਂਸੀ 'ਚ ਵਿੱਚ ਨੰਬਰ ਅੱਛੇ ਆ ਤਾਂ ਤੁਸੀਂ ਅਕਾਊਂਟ ਦੇ ਵਿੱਚ ਜਾਓ। ਜੇ ਤੁਹਾਡੇ ਅਕਾਊਂਟੈਂਸੀ 'ਚ ਵਿੱਚ ਨੰਬਰ ਘੱਟ ਹੈਗੇ ਤਾਂ ਤੁਸੀਂ BBA ਲਓ। ਅਸੀਂ ਡਿਫਰੈਂਸ਼ੀਏਟ ਕਰ ਸਕਦੇ ਹਾਂ। ਜਦੋਂ ਡਿਫਰੈਂਸ਼ੀਏਟ ਕਰਦੇ ਕਿਤੇ ਨਾ ਕਿਤੇ ਬੱਚਾ, ਕਈ ਸਾਡੇ ਕੋਲ ਬੱਚੇ ਆਉਂਦੇ ਆ ਕਿ ਸਰ ਅਸੀਂ ਇਸ ਅਕਾਊਂਟੈਂਸੀ 'ਚ ਲੈਣਾ, ਠੀਕ ਹੈ, ਆਪਾਂ CA ਬਣਨਾ, ਆਹ ਕਰਨਾ ਹੈ, ਠੀਕ ਹੈ ਜੀ। ਕਿਤੇ ਨਾ ਕਿਤੇ ਅਕਾਊਂਟਸ ਮਾੜਾ ਹੁੰਦਾ। ਹੁਣ ਕਈ ਵਾਰ ਦੇਖੋ ਸੇਲਸਮੈਨਸ਼ਿਪ ਹੁੰਦੀ ਹੈ। ਕਾਮਰਸ ਵਾਲਾ ਬੱਚਾ ਇੱਦਾਂ ਦਾ ਵੀ ਹੁੰਦਾ, ਥਿਓਰੀਟੀਕਲ 'ਚ ਵਿੱਚ ਬਹੁਤ ਅੱਛਾ ਹੁੰਦਾ ਹੈ, ਥਿਓਰੀ ਜਿਹੜੇ ਸਬਜੈਕਟ ਉਹ ਬਹੁਤ ਵਧੀਆ ਪੜ੍ਹਿਆ ਹੁੰਦਾ, ਤਾਂ ਉਹਨੂੰ ਵੀ ਕੋਰਿਲੇਟ ਕੀਤਾ ਜਾ ਸਕਦਾ ਹੈ। ਸੇਲਸ ਐਂਡ ਮਾਰਕੀਟਿੰਗ ਹੈ, ਬਿਜ਼ਨਸ ਹੈਗਾ, ਮਾਰਕੀਟਿੰਗ ਦੇ ਵਿੱਚ ਇਵੈਂਟ ਪਲੈਨਿੰਗ ਹੈਗਾ,
ਕਈ ਚੀਜ਼ਾਂ ਆਪਾਂ ਕੋਰਿਲੇਟ ਕਰ ਸਕਦੇ ਹਾਂ। ਕਹਿੰਦੇ ਨੇ ਕਿ ਕੈਨੇਡਾ ਜਾਣ ਵਾਲਿਆਂ ਲਈ ਹੁਣ ਇੱਕ ਖੁਸ਼ਖਬਰੀ ਵੀ ਹੈ, ਸਿਰਫ ਆਇਲਸ ਦੇ ਭਰੋਸੇ ਨਹੀਂ ਰਹਿ ਗਏ, ਹੁਣ ਪੀਟੀ ਟੋਫਲ ਵਾਲੇ ਵੀ ਜਾ ਸਕਦੇ ਨੇ। ਬਿਲਕੁਲ ਬਹੁਤ ਵਧੀਆ ਨਿਊਜ਼ ਹੈ ਔਰ ਅਗਸਤ ਤੋਂ ਇਹ ਇੰਪਲੀਮੈਂਟ ਵੀ ਹੋਣ ਜਾ ਰਿਹਾ। ਔਰ ਮੈਂ ਸਾਰੇ ਜਿਹੜੇ ਬੱਚੇ ਪੀਟੀ ਦੇ ਵਿੱਚ ਪਹਿਲਾਂ ਰਿਫਿਊਜ਼ ਹੋ ਚੁੱਕੇ ਆ, ਦੁਬਾਰਾ ਉਹਨਾਂ ਨੇ ਟਰਾਈ ਨਹੀਂ ਕੀਤਾ, ਜਿਹੜਾ 5 ਸਾਲ ਹੋ ਗਏ ਗੈਪ ਹੋ ਗਿਆ, ਠੀਕ ਹੈ, ਉਹ ਵੀ ਅਪਲਾਈ ਕਰ ਸਕਦੇ ਹੋ। ਹੁਣ ਪੀਟੀ ਦੇ ਵਿੱਚ ਵੀਜ਼ਾ ਆਣੇ ਸ਼ੁਰੂ ਹੋ ਜਾਣੇ। ਐਸਡੀਐਸ ਕੈਟਾਗਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ ਔਰ ਕਿਤੇ ਨਾ ਕਿਤੇ ਬੱਚਿਆਂ ਵਾਸਤੇ ਬਹੁਤ ਅੱਛਾ ਮਤਲਬ ਇੱਕ ਮੌਕਾ ਹੈਗਾ, ਕਿਤੇ ਨਾ ਕਿਤੇ ਹਿੰਟਸ ਹੈਗਾ ਕਿ ਅੱਛੇ ਵੀਜ਼ਾ ਦੇਣ ਦੇ ਕਿਤੇ ਨਾ ਚਾਂਸਸ ਕਿਤੇ ਨਾ ਕਿਤੇ ਵੱਧ ਜਾਣਗੇ। ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਹੁਣ ਬਾਹਰ ਜਾਣਾ ਚਾਹੁੰਦੇ ਨੇ? ਮੈਂ ਬੱਚੇ ਨੂੰ ਇਹੀ ਕਹਿਣਾ ਚਾਹੂँਗਾ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਇੱਕ ਇਵੈਲੂਏਸ਼ਨ ਕਰਾਓ, ठीक है, और अपने पैरामीटर सैट करो, जो जो रिक्वायरमेंट है उन्होंने पूरी करो, अगर एडिशनल रिक्वायरमेंट है उन्होंने भी पूरी करो। और सब तो पहला तो अपने पेरेंट्स के नाल चलो, पेरेंट्स दे बजट नूं देखो, उन्हां दी जेब नूं देखो कि पेरेंट्स एफर्ट कर सकते हैं, क्योंकि तुहाडे नाल उन्हां दे सपने भी जुड़े हुए हैं। तुसी सक्सेस होंगे तो वो भी सक्सेस होणगे, क्योंकि उन्हां दा सपना नाल जुड़िया हुंदा है। तो इस करके माँ बाप नूं धोखा ना दवो और वही सब्जेक्ट दी चुनाव करो जिहड़े सब्जेक्ट दे विच तुसी सक्सेस हो सकते हो। जी जी, बहुत बहुत शुक्रिया रविंदर जी, ਅੱਜ ਡੇਲੀ ਪੋਸਟ ਦੇ ਮਾਧਿਅਮ ਦੇ ਨਾਲ ਅੱਜ ਲੋਕਾਂ ਦੇ ਨਾਲ ਜੁੜਨ ਲਈ ਔਰ ਉਹਨਾਂ ਨੂੰ ਸਹੀ ਰਾਹ ਸਹੀ ਦਿਸ਼ਾ ਦਿਖਾਉਣ ਲਈ ਕਿ ਕਿਸ ਤਰ੍ਹਾਂ ਰਿਫਿਊਜ਼ਲ ਦੇ ਬਾਵਜੂਦ ਵੀ ਆਪਣਾ ਬਾਹਰ ਜਾਣ ਦਾ ਰਾਹ ਕਿਵੇਂ ਤੈਅ ਕਰਨਾ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਅੱਜ ਡੀਐਸਆਰ ਇਮੀਗ੍ਰੇਸ਼ਨ ਤੋਂ ਐਮਡੀ ਰਵਿੰਦਰ ਜੀ ਡੇਲੀ ਪੋਸਟ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਨੂੰ ਸੁਨੇਹਾ ਦੇਣ ਆਏਗੇ ਨੇ ਕਿ ਕਿਸੇ ਤਰ੍ਹਾਂ ਤੁਸੀਂ ਸਕੈਮਸ ਔਰ ਫਰਾਡਸ ਤੋਂ ਬਚਣਾ ਹੈ। ਜੇਕਰ ਰਿਫਿਊਜ਼ਲਸ ਵੀ ਆਏ ਨੇ, ਗੈਪ ਵੀ ਹੈ, ਤਾਂ ਕਿਸ ਤਰ੍ਹਾਂ ਉਸ ਨੂੰ ਠੀਕ ਕਰਕੇ ਤੁਸੀਂ ਬਾਹਰ ਜਾ ਸਕਦੇ ਹੋ। ਬਾਹਰ ਜਾਣ ਦਾ ਸੁਪਨਾ ਤੁਸੀਂ ਅਧੂਰਾ ਨਹੀਂ ਛੱਡਣਾ, ਉਸ ਨੂੰ ਪੂਰਾ ਡੀਐਸਆਰ ਇਮੀਗ੍ਰੇਸ਼ਨ ਕਰੇਗੀ। ਸੋ ਇਹ ਸੀ ਅੱਜ ਦੀ ਰਿਪੋਰਟ। ਧੰਨਵਾਦ।